ਹੈਲੋ ਫਰੈਂਡਸ, ਹਾਈ ਫਾਈ ਜੀ ਕੇ ਗੁਰੂ ਜੀ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਆਪ ਸਭ ਨੂੰ ਪਤਾ ਹੀ ਹੈ ਕਿ ਸਾਡੀਆਂ ਇਹਨਾਂ ਵੀਡੀਓਜ਼ ਰਾਹੀਂ ਮੈਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਹਿਸਟਰੀ ਆ ਉਹ ਕਵਰ ਕਰਵਾ ਰਹੀ ਹਾਂ। ਮੈਂ ਤੁਹਾਨੂੰ 6th ਕਲਾਸ ਤੋਂ ਲੈ ਕੇ ਜਿਹੜੀ ਹੈਗੀ ਆ +2 ਕਲਾਸ ਤੱਕ ਹਿਸਟਰੀ ਕਵਰ ਕਰਵਾਉਂਗੀ। ਪਹਿਲਾਂ ਮੈਂ ਤੁਹਾਨੂੰ ਥਿਊਰੀ ਪੜ੍ਹਾਉਂਗੀ ਅਤੇ ਨਾਲ ਹੀ ਨਾਲ ਜਿਹੜੀਆਂ ਹੈਗੀਆਂ ਉਹਦੀਆਂ ਕੁਐਸਚਨ ਸੀਰੀਜ਼ ਕਵਰ ਕਰਵਾਉਂਗੀ। ਇਹਦੇ ਵਿੱਚੋਂ ਜਿੰਨੇ ਵੀ ਮੇਨ ਫੈਕਟ ਹੋਣਗੇ ਲੈਸਨ ਦੇ ਉਹ ਮੈਂ ਸਾਰੇ ਤੁਹਾਨੂੰ ਅੰਡਰਲਾਈਨ ਕਰਕੇ ਪੜ੍ਹਾਉਂਗੀ। ਤਾਂ ਆਓ ਅੱਜ ਦੇ ਇਸ ਲੈਸਨ ਨੂੰ ਸ਼ੁਰੂ ਕਰਦੇ ਹਾਂ। ਇਸ ਦਾ ਨਾਂ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ। ਆਓ ਇਸ ਬਾਰੇ ਪੜ੍ਹਦੇ ਹਾਂ। ਇਹ 9th ਕਲਾਸ ਦਾ ਸੈਕਿੰਡ ਟੌਪਿਕ ਆ। 15ਵੀਂ ਸਦੀ ਦੇ ਮੱਧ ਤੋਂ ਲੈ ਕੇ 16ਵੀਂ ਸਦੀ ਦੇ ਆਰੰਭਿਕ ਸਾਲਾਂ ਤੱਕ ਪੰਜਾਬ ਵਿੱਚ ਲੋਧੀ ਸੁਲਤਾਨਾਂ ਦਾ ਸ਼ਾਸਨ ਸੀ। ਦੇਖੋ 15ਵੀਂ ਸਦੀ ਦੇ ਕਹਿੰਦੇ ਅੱਧ ਤੋਂ ਲੈ ਕੇ 16ਵੀਂ ਸਦੀ ਦੇ ਜਿਹੜਾ ਹੈਗਾ ਸ਼ੁਰੂ ਤੱਕ ਪੰਜਾਬ ਵਿੱਚ ਕਿਹਦਾ ਸ਼ਾਸਨ ਸੀਗਾ? ਲੋਧੀ ਸੁਲਤਾਨਾਂ ਦਾ ਸ਼ਾਸਨ ਸੀਗਾ। ਉਹਨਾਂ ਦੀਆਂ ਨੀਤੀਆਂ ਕਾਰਨ ਪੰਜਾਬ ਵਿੱਚ ਰਾਜਨੀਤਿਕ ਅਸਥਿਰਤਾ ਫੈਲੀ ਹੋਈ ਸੀ। ਪੰਜਾਬ ਦੀ ਸਮਾਜਿਕ ਅਵਸਥਾ ਦੀ ਵੀ ਚੰਗੀ ਨਹੀਂ ਸੀ। ਸਮਾਜ ਦੋ ਵਰਗਾਂ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੰਡਿਆ ਹੋਇਆ ਸੀ। ਸਮਾਜ ਵਿੱਚ ਔਰਤਾਂ ਦੀ ਹਾਲਤ ਤਰਸਯੋਗ ਸੀ। ਸਮਾਜ ਵਿੱਚ ਜਾਤੀ ਪ੍ਰਥਾ ਅਤੇ ਹੋਰ ਕਈ ਕੁਰੀਤੀਆਂ ਜਿਹੜੀਆਂ ਸੀਗੀਆਂ ਪ੍ਰਚਲਿਤ ਸਨ। ਆਮ ਜਨਤਾ ਗਿਆਨਤਾ, ਅੰਧ ਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਵਿੱਚ ਫਸੀ ਹੋਈ ਸੀ। ਇਸ ਦੌਰਾਨ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਅਤੇ ਸਮਾਜ ਨੂੰ ਨਵਾਂ ਰਾਹ ਵਿਖਾਇਆ। ਦੇਖੋ ਫਿਰ ਜਦੋਂ ਇੰਨੀ ਮਾੜੀ ਹਾਲਤ ਸੀ, ਇੰਨੀਆਂ ਬੁਰਾਈਆਂ ਸਮਾਜ ਵਿੱਚ ਫੈਲੀਆਂ ਹੋਈਆਂ ਸੀ, ਤਾਂ ਸਮਾਜ ਨੂੰ ਨਵਾਂ ਰਾਹ ਕਿਹਨੇ ਦਿਖਾਇਆ ਉਸ ਟਾਈਮ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਅਤੇ ਸਮਾਜ ਨੂੰ ਨਵਾਂ ਰਾਹ ਦਿਖਾਇਆ। ਆਓ ਉਹਨਾਂ ਦੇ ਜੀਵਨ, ਸਿੱਖਿਆਵਾਂ ਅਤੇ ਸਮਕਾਲੀ ਸਮਾਜ ਦੀਆਂ ਅਵਸਥਾਵਾਂ ਬਾਰੇ ਅਧਿਐਨ ਕਰੀਏ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਪਿੰਡ ਵਿੱਚ ਹੋਇਆ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਦੇਖੋ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਆ ਜਿਹੜਾ ਕਿੱਥੇ ਹੋਇਆ? ਰਾਏ ਭੋਏ ਦੀ ਤਲਵੰਡੀ ਨਾਂ ਦੇ ਪਿੰਡ ਵਿੱਚ ਹੋਇਆ, ਜਿਹੜਾ ਕਿ ਅੱਜ ਕੱਲ੍ਹ ਕਿੱਥੇ ਆ? ਪਾਕਿਸਤਾਨ, ਜਿਹਨੂੰ ਆਪਾਂ ਹੁਣ ਇਸ ਸਥਾਨ ਨੂੰ ਸ਼੍ਰੀ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਫਿਰ? 15 ਅਪ੍ਰੈਲ 1469 ਈਸਵੀ ਵਿੱਚ ਹੋਇਆ, ਪਰੰਤੂ ਇਸ ਨੂੰ ਕੱਤਕ ਦੀ ਪੂਰਨਮਾਸੀ ਅਕਤੂਬਰ-ਨਵੰਬਰ ਵਿੱਚ ਹੀ ਜਿਹੜਾ ਹੈਗਾ ਮਨਾਇਆ ਜਾਂਦਾ ਹੈ। ਗੁਰੂ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ, ਜੋ ਕਿ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ। ਗੁਰੂ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਸੀ, ਜੋ ਪੇਸ਼ੇ ਵਜੋਂ ਪਟਵਾਰੀ ਲੇਖਾਕਾਰ ਸਨ। ਉਹਨਾਂ ਦਾ ਵਿਆਹ 14 ਸਾਲ ਦੀ ਉਮਰ ਵਿੱਚ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੇ ਮੂਲ ਚੰਦ ਜਿਹੜਾ ਸੀਗਾ ਉਹਦੀ ਪੁੱਤਰੀ ਸੀਗੀ, ਉਹਨਾਂ ਦਾ ਨਾਮ ਸੀਗਾ ਬੀਬੀ ਸੁਲੱਖਣੀ ਜੀ, ਉਹਨਾਂ ਨਾਲ ਹੋਇਆ ਸੀਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੋ ਪੁੱਤਰਾਂ ਸ਼੍ਰੀ ਚੰਦ ਅਤੇ ਲਖਮੀ ਚੰਦ ਜਿਹੜਾ ਸੀਗਾ ਚੰਦ, ਉਹਨਾਂ ਨੇ ਜਨਮ ਲਿਆ। ਕਈ ਥਾਵਾਂ 'ਤੇ ਇਹਨਾਂ ਦਾ ਨਾਮ ਲਖਮੀ ਦਾਸ ਵੀ ਲਿਖਿਆ ਮਿਲਦਾ ਵਾ। ਦੇਖੋ ਹੁਣ ਇਹਦੇ ਵਿੱਚੋਂ ਇੰਪੋਰਟੈਂਟ ਫੈਕਟ ਕਿੰਨੇ ਦਿੱਤੇ ਹੋਏ ਆ ਇੱਕ ਛੋਟੇ ਜਿਹੇ ਪੈਰੇ ਵਿੱਚ। ਪਹਿਲਾਂ ਉਹਨਾਂ ਦਾ ਜਨਮ ਸਥਾਨ ਕਿਹੜਾ ਸੀਗਾ? ਠੀਕ ਹੈ ਜੀ, ਰਾਏ ਭੋਏ ਦੀ ਤਲਵੰਡੀ ਪਿੰਡ। ਹੁਣ ਇਹ ਕਿੱਥੇ ਆ? ਪਾਕਿਸਤਾਨ ਵਿੱਚ। ਅਤੇ ਉਹਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ? ਨਨਕਾਣਾ ਸਾਹਿਬ ਦੇ ਨਾਮ ਨਾਲ। ਗੁਰੂ ਜੀ ਦਾ ਜਨਮ ਕਿਹੜੀ ਤਰੀਕ ਨੂੰ ਹੋਇਆ? 15 ਅਪ੍ਰੈਲ 1469 ਨੂੰ, ਪਰ ਆਪਾਂ ਮਨਾਉਂਦੇ ਕਦੋਂ ਆ? ਕੱਤਕ ਦੀ ਪੂਰਨਮਾਸ਼ੀ ਨੂੰ। ਠੀਕ ਹੈ ਜੀ। ਫਿਰ ਉਹਨਾਂ ਦੀ ਮਾਤਾ ਦਾ ਨਾਮ ਤ੍ਰਿਪਤਾ ਅਤੇ ਉਹਨਾਂ ਦੇ ਜਿਹੜੇ ਪਿਤਾ ਸੀ ਉਹਨਾਂ ਦਾ ਨਾਮ ਮਹਿਤਾ ਕਾਲੂ ਸੀ। ਅਤੇ ਗੁਰੂ ਜੀ ਦਾ ਵਿਆਹ ਕਿੰਨੇ ਸਾਲ ਦੀ ਉਮਰ 'ਚ ਹੋਇਆ? 14 ਸਾਲ ਦੀ ਉਮਰ ਵਿੱਚ। ਅਤੇ ਕਿਹਦੇ ਨਾਲ ਹੋਇਆ? ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੇ ਮੂਲ ਚੰਦ ਦੀ ਪੁੱਤਰੀ ਬੀਬੀ ਸੁਲੱਖਣੀ ਜੀ ਦੇ ਨਾਲ ਹੋਇਆ। ਫਿਰ ਉਹਨਾਂ ਦੇ ਦੋ ਪੁੱਤਰ ਹੋਏ, ਜਿਹੜੇ ਉਹਨਾਂ ਦਾ ਨਾਮ ਸ਼੍ਰੀ ਚੰਦ ਅਤੇ ਲਖਮੀ ਚੰਦ। ਅੱਗੇ ਦੇਖੋ, ਉਹਨਾਂ ਦੇ ਹਿੰਦੂ ਧਰਮ ਵਿੱਚ ਰਿਵਾਜ ਆ ਜਨੇਊ ਪਾਉਣ ਦੀ ਇੱਕ ਰਸਮ ਆ, ਉਹਦਾ ਅੱਗੇ ਵਰਣਨ ਕੀਤਾ ਹੋਇਆ। ਪੁਰਾਤਨ ਜਨਮ ਸਾਖੀ ਦੇ ਅਨੁਸਾਰ ਦੇਖੋ ਇਹ ਗੱਲ ਆ ਜਿਹੜੀ ਕਿਹਦੇ ਵਿੱਚ ਲਿਖੀ ਗਈ ਆ? ਪੁਰਾਤਨ ਜਨਮ ਸਾਖੀ ਵਿੱਚ, ਕਿ 9 ਵਰ੍ਹਿਆਂ ਦੀ ਉਮਰ ਵਿੱਚ ਹਿੰਦੂ ਰਵਾਇਤਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਜਨੇਊ ਧਾਰਨ ਕਰਨ ਦੀ ਰਸਮ ਦੀ ਤਿਆਰੀ ਕੀਤੀ ਗਈ। ਕੁਲ ਪੁਰੋਹਿਤ ਹਰਦਿਆਲ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਧਾਰਨ ਕਰਨ ਲਈ ਕਿਹਾ। ਗੁਰੂ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਇਸ ਪ੍ਰਕਾਰ ਸਿਰਫ 9 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਰੂੜੀਵਾਦੀ ਸਮਾਜਿਕ ਧਾਰਮਿਕ ਰਵਾਇਤਾਂ ਨੂੰ ਚੁਣੌਤੀ ਦੇ ਦਿੱਤੀ ਸੀ। ਦੇਖੋ ਜਦੋਂ ਪੰਡਿਤ ਹਰਦਿਆਲ ਜਿਹੜੇ ਸੀ ਉਹਨਾਂ ਨੂੰ ਜਨੇਊ ਪਾਉਣ ਲੱਗੇ ਸੀ ਤਾਂ ਉਹਨਾਂ ਨੇ ਮਨਾ ਕਰਤਾ ਸੀ। ਉਹਨਾਂ ਨੇ ਕਿਹਾ ਸੀ ਕਿ ਮੈਨੂੰ ਸਿਰਫ ਸੂਤ ਦੇ ਧਾਗੇ ਦਾ ਬਣਿਆ ਜਨੇਊ ਨਹੀਂ ਚਾਹੀਦਾ, ਮੈਨੂੰ ਸਦਗੁਣਾਂ ਦੇ ਧਾਗੇ ਦਾ ਬਣਿਆ ਜਨੇਊ ਚਾਹੀਦਾ, ਜਿਹੜਾ ਨਾ ਹੀ ਕਦੇ ਟੁੱਟੇ ਅਤੇ ਨਾ ਹੀ ਕਦੇ ਖਰਾਬ ਹੋਵੇ। ਇਹ ਸਾਰਾ ਕੁਛ ਆਪਾਂ ਨੂੰ ਕਾਹਦੇ ਤੋਂ ਜਿਹੜਾ ਹੈਗਾ ਪਤਾ ਲੱਗਿਆ? ਪੁਰਾਤਨ ਜਨਮ ਸਾਖੀ ਤੋਂ। ਅੱਗੇ ਦਿੱਤੀ ਹੋਈ ਹੈ ਗਤੀਵਿਧੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਆ ਜਿਹੜਾ ਉਹ ਵਿਸਾਖ 15 ਅਪ੍ਰੈਲ ਨੂੰ ਹੋਣ ਦੇ ਬਾਵਜੂਦ ਵੀ ਇਹ ਜਿਹੜਾ ਹੈਗਾ ਅਕਤੂਬਰ-ਨਵੰਬਰ ਵਿੱਚ ਕੱਤਕ ਦੀ ਪੁੰਨਿਆ ਨੂੰ ਕਿਉਂ ਮਨਾਇਆ ਜਾਂਦਾ? ਇਸ ਦੇ ਇਤਿਹਾਸਿਕ ਕਾਰਨਾਂ ਅਤੇ ਪਰੰਪਰਾ ਦੀ ਜਾਣਕਾਰੀ ਇਕੱਠੀ ਕਰੋ। ਇਹਦੇ ਵਿੱਚ ਕੀ ਆ ਕਿ ਜੇ ਉਸ ਟਾਈਮ ਜਿਹੜਾ ਕੀ ਸੀ ਮੰਨਿਆ ਜਾਂਦਾ ਸੀ ਵੀ ਜਿਹੜੇ ਬੱਚੇ ਦਾ ਜਨਮ ਕੱਤਕ ਦੇ ਮਹੀਨੇ ਵਿੱਚ ਹੁੰਦਾ ਵਾ ਉਹ ਬੱਚਾ ਅਸ਼ੁੱਭ ਹੁੰਦਾ ਵਾ।
ਇਹੀ ਜਿਹੜਾ ਵਹਿਮ ਸੀ ਇਹਨੂੰ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਮੇਰਾ ਜਨਮ ਆ ਜਿਹੜਾ ਉਹ ਕੱਤਕ ਦੇ ਮਹੀਨੇ ਵਿੱਚ ਮਨਾਇਆ ਜਾਵੇ। ਹਾਂਜੀ, ਅੱਗੇ ਕੰਟੀਨਿਊ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਸੱਚਾ ਸੌਦਾ। ਸੱਚਾ ਸੌਦਾ ਤਾਂ ਆਪਾਂ ਕਾਫੀ ਵਾਰ ਨਾਮ ਸੁਣਿਆ, ਅੱਜ ਸੱਚਾ ਸੌਦਾ ਘਟਨਾ ਬਾਰੇ ਆਪਾਂ ਡਿਟੇਲ 'ਚ ਪੜ੍ਹਦੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਗੁਰੂ ਜੀ ਦਾ ਧਿਆਨ ਸੰਸਾਰਕ ਕੰਮਾਂ ਵਿੱਚ ਲਗਾਉਣ ਲਈ ਕੁਝ ਰਕਮ ਦੇ ਕੇ ਚੂਹੜਕਾਣੇ, ਕਿੱਥੇ ਦੇਖੋ ਇੱਕ ਵਾਰ ਮੈਂ ਅੰਡਰਲਾਈਨ ਕਰਦੀ ਹਾਂ, ਚੂਹੜਕਾਣੇ ਨਗਰ ਵਿੱਚ ਕੋਈ ਵਪਾਰ ਕਰਨ ਲਈ ਜਿਹੜਾ ਸੀ ਉਹਨਾਂ ਨੂੰ ਭੇਜਿਆ ਸੀ। ਗੁਰੂ ਨਾਨਕ ਦੇਵ ਜੀ ਨੂੰ ਗੁਰੂ ਜੀ ਮੰਡੀ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਨੂੰ ਕੁਝ ਜ਼ਰੂਰਤਮੰਦ ਫਕੀਰ ਅਤੇ ਸਾਧੂ ਮਿਲੇ ਜੋ ਕਿ ਭੁੱਖੇ ਸਨ। ਗੁਰੂ ਜੀ ਨੇ ਪਿਤਾ ਵੱਲੋਂ ਦਿੱਤੀ ਰਕਮ ਦਾ ਰਸ਼ਦ ਜਿਹੜਾ ਸੀਗਾ ਖਰੀਦਿਆ, ਰਾਸ਼ਨ ਜਿਹਨੂੰ ਆਪਾਂ ਕਹਿ ਦਈਏ, ਠੀਕ ਆ, ਅਤੇ ਜ਼ਰੂਰਤਮੰਦ ਜਿਹੜੇ ਲੋਕ ਸੀਗੇ ਉਹ ਭੁੱਖੇ ਸਾਧੂ ਜਾਂ ਫਕੀਰ ਸੀ ਉਹਨਾਂ ਨੂੰ ਭੋਜਨ ਛਕਾ ਦਿੱਤਾ। ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਖਾਲੀ ਹੱਥ ਘਰ ਮੁੜੇ ਤਾਂ ਪਿਤਾ ਮਹਿਤਾ ਕਾਲੂ ਬਹੁਤ ਨਾਰਾਜ਼ ਹੋਏ। ਉਹਨਾਂ ਨੇ ਰਕਮ ਦਾ ਹਿਸਾਬ ਮੰਗਿਆ ਤਾਂ ਗੁਰੂ ਜੀ ਨੇ ਸਾਰੀ ਘਟਨਾ ਸੱਚ ਦੱਸ ਦਿੱਤੀ। ਇਸ ਘਟਨਾ ਨੂੰ ਹੀ ਸੱਚਾ ਸੌਦਾ ਕਿਹਾ ਜਾਂਦਾ। ਹਾਂਜੀ, ਕਈ ਵਾਰ ਪੁੱਛ ਲਿਆ ਜਾਂਦਾ ਕਿ ਕਿੰਨੇ ਰੁਪਏ ਦੀ ਰਕਮ ਸੀਗੀ। ਉਹ ਰਕਮ ਸੀਗੀ ਟੋਟਲ 20 ਰੁਪਏ ਦਿੱਤੇ ਸੀਗੇ। ਉਸ ਟਾਈਮ ਵਿੱਚ 20 ਰੁਪਏ ਜਿਹੜੇ ਸੀਗੇ ਉਹਨਾਂ ਦੀ ਬਹੁਤ ਕੀਮਤ ਹੁੰਦੀ ਸੀ। ਹਾਂਜੀ, ਨਾਲ ਹੀ ਨਾਲ ਸਾਈਡ ਬਾਏ ਸਾਈਡ ਆਪਾਂ ਨੂੰ ਮੋਦੀਖਾਨੇ ਦੀ ਘਟਨਾ ਦੱਸੀ ਗਈ ਆ ਕਿ ਮਹਿਤਾ ਕਾਲੂ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਵਿਖੇ ਆਪਣੇ ਜਵਾਈ ਜੈਰਾਮ ਜੋ ਕਿ ਸੂਬੇਦਾਰ ਦੌਲਤ ਖਾਂ ਲੋਧੀ ਕੋਲ ਵੱਡੇ ਅਹੁਦੇ 'ਤੇ ਕੰਮ ਕਰਦਾ ਸੀ ਕੋਲ ਨੌਕਰੀ ਕਰਨ ਲਈ ਭੇਜ ਦਿੱਤਾ। ਹਾਂਜੀ, ਪਹਿਲਾਂ ਤਾਂ ਇਹ ਦੇਖੋ ਕਿ ਸੱਚਾ ਸੌਦਾ ਦੀ ਘਟਨਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਭੇਜਿਆ ਗਿਆ? ਸੁਲਤਾਨਪੁਰ ਲੋਧੀ, ਠੀਕ ਆ। ਕਿਹਦੇ ਕੋਲ? ਉਹਨਾਂ ਦਾ ਜਿਹੜਾ ਜਵਾਈ ਸੀਗਾ ਜੈਰਾਮ, ਠੀਕ ਆ, ਉਹ ਜਿਹੜਾ ਉਸ ਸਮੇਂ ਦਾ ਪੰਜਾਬ ਦਾ ਗਵਰਨਰ ਸੀਗਾ ਦੌਲਤ ਖਾਂ ਲੋਧੀ, ਉਹਦੇ ਕੋਲ ਜਿਹੜਾ ਸੀਗਾ ਉਹਦੇ ਮੋਦੀਖਾਨੇ ਵਿੱਚ ਕੰਮ ਕਰਦਾ ਸੀਗਾ, ਉੱਥੇ ਭੇਜ ਦਿੱਤਾ ਸੀ ਉਹਨਾਂ ਕੋਲ। ਗੁਰੂ ਜੀ ਨੂੰ ਮੋਦੀਖਾਨੇ ਅਨਾਜ ਦਾ ਭੰਡਾਰ, ਮੋਦੀਖਾਨੇ ਦਾ ਮਤਲਬ ਹੁੰਦਾ ਅਨਾਜ ਦਾ ਭੰਡਾਰ, ਵਿੱਚ ਹੀ ਆਹ ਦੇਖੋ ਦਿੱਤਾ ਹੋਇਆ ਕਿ ਮੋਦੀਖਾਨੇ ਦਾ ਮਤਲਬ ਹੁੰਦਾ ਅਨਾਜ ਦਾ ਭੰਡਾਰ ਹੀ ਨੌਕਰੀ ਮਿਲ ਗਈ। ਗੁਰੂ ਜੀ ਨੇ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਸਨ। ਉਹ ਕੰਮ ਕਰਦੇ ਸਮੇਂ ਵੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਉਹਨਾਂ ਨੇ ਮੋਦੀਖਾਨੇ ਵਿੱਚ ਤਨਖਾਹ ਦੇ ਰੂਪ ਵਿੱਚ ਮਿਲਣ ਵਾਲੇ ਆਪਣੇ ਹਿੱਸੇ ਦਾ ਅਨਾਜ ਗਰੀਬਾਂ ਨੂੰ ਮੁਫਤ ਵੰਡਣਾ ਸ਼ੁਰੂ ਕਰ ਦਿੱਤਾ। ਸੂਬੇਦਾਰ ਨੂੰ ਸ਼ਿਕਾਇਤ ਕੀਤੀ ਗਈ ਕਿ ਨਾਨਕ ਮੋਦੀਖਾਨੇ ਦਾ ਅਨਾਜ ਆ ਜਿਹੜਾ ਮੁਫਤ ਲੁਟਾ ਰਿਹਾ ਹੈ, ਪਰੰਤੂ ਜਦ ਉਸਨੇ ਮੋਦੀਖਾਨੇ ਵਿੱਚ ਅਨਾਜ ਦੇ ਭੰਡਾਰ ਦੀ ਜਾਂਚ ਕਰਵਾਈ ਤਾਂ ਭੰਡਾਰ ਵਿੱਚ ਅਨਾਜ ਜਿਹੜਾ ਸੀਗਾ ਵੱਧ ਪਾਇਆ ਗਿਆ। ਇਸ ਘਟਨਾ ਤੋਂ ਬਾਅਦ ਗੁਰੂ ਜੀ ਦੀ ਮਹਿਮਾ ਜਿਹੜੀ ਸੀ ਬਹੁਤ ਦੂਰ ਦੂਰ ਤੱਕ ਫੈਲ ਗਈ। ਨੈਕਸਟ ਦੇਖਦੇ ਹਾਂ ਹੁਣ ਹੈਗਾ ਗਿਆਨ ਦੀ ਪ੍ਰਾਪਤੀ। ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੈ ਜਿਹੜੀ ਉਹ ਕਦੋਂ ਹੋਈ ਹੈ? 1499 ਈਸਵੀ ਵਿੱਚ ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆਂ ਗੁਰੂ ਜੀ ਹਰ ਰੋਜ਼ ਵੇਈ ਨਦੀ ਸੀ ਸੁਲਤਾਨਪੁਰ ਵਿੱਚ ਇਸ਼ਨਾਨ ਕਰਨ ਜਾਂਦੇ ਸਨ। ਇੱਕ ਦਿਨ ਗੁਰੂ ਜੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤਾਂ ਆਸ-ਪਾਸ ਦੇ ਕੁਦਰਤੀ ਦ੍ਰਿਸ਼ਾਂ ਨੇ ਉਹਨਾਂ ਦੇ ਮਨ 'ਤੇ ਅਜਿਹਾ ਪ੍ਰਭਾਵ ਪਾਇਆ ਕਿ ਗੁਰੂ ਜੀ ਵੇਈ ਨਦੀ ਦੇ ਕੰਢੇ ਜੰਗਲਾਂ ਵਿੱਚ 3 ਦਿਨਾਂ ਤੱਕ ਜਿਹੜਾ ਸੀਗਾ ਅੰਤਰ ਧਿਆਨ ਰਹੇ। ਇੱਥੇ ਹੀ ਗੁਰੂ ਜੀ ਨੂੰ ਸੱਚੇ ਰੂਹਾਨੀ ਜਿਹੜੀ ਸੀ ਗਿਆਨ ਦੀ ਪ੍ਰਾਪਤੀ ਹੋਈ। ਅੱਜ ਕੱਲ੍ਹ ਇਸ ਸਥਾਨ 'ਤੇ ਗੁਰਦੁਆਰਾ ਤਪ ਸਥਾਨ ਬਣਿਆ ਹੋਇਆ ਵਾ। ਅੱਗੇ ਕੰਟੀਨਿਊ ਕਰਦੇ ਹਾਂ। ਉਸ ਤੋਂ ਬਾਅਦ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ। ਉਦਾਸੀਆਂ ਦਾ ਮਤਲਬ ਹੁੰਦਾ ਵਾ ਯਾਤਰਾਵਾਂ। ਗਿਆਨ ਪ੍ਰਾਪਤੀ ਉਪਰੰਤ ਜਦ ਗੁਰੂ ਜੀ ਘਰ ਪਰਤੇ ਤਾਂ ਉਹ ਚੁੱਪ ਸਨ। ਗੁਰੂ ਜੀ ਨੇ ਜਦੋਂ ਚੁੱਪ ਤੋੜੀ ਤਾਂ ਉਹਨਾਂ ਨੇ ਕਿਹਾ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਜਦੋਂ ਬ੍ਰਾਹਮਣਾਂ ਅਤੇ ਕਾਜ਼ੀਆਂ ਨੇ ਇਸ ਵਾਕ ਦਾ ਅਰਥ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਵਿੱਚ ਕੋਈ ਅੰਤਰ ਨਹੀਂ ਹੈ। ਉਹ ਇੱਕ ਹੀ ਪਰਮਾਤਮਾ ਦੀ ਜਿਹੜੀ ਆ ਸੰਤਾਨ ਹਨ, ਇੱਕ ਹੀ ਪਰਮਾਤਮਾ ਦੇ ਬੱਚੇ ਨੇ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਹਿੰਦੂ ਅਤੇ ਮੁਸਲਮਾਨ ਆ ਦੋਵੇਂ ਹੀ ਅਸਲ ਵਿੱਚ ਕੀ ਆ, ਧਰਮ ਦੇ ਰਸਤੇ ਤੋਂ ਭਟਕ ਚੁੱਕੇ ਆ ਅਤੇ ਉਹ ਕੀ ਆ, ਜਿਵੇਂ ਆਪਾਂ ਕਹਿ ਦਈਏ ਨਾ ਵੀ ਫਾਲਤੂ ਦੇ ਵਹਿਮਾਂ ਭਰਮਾਂ ਵਿੱਚ, ਜਾਤੀ ਪ੍ਰਥਾ ਵਿੱਚ ਜਿਹੜੇ ਹੈਗੇ ਆ ਵੰਡੇ ਹੋਏ ਆ। ਇਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਦੀ ਨੌਕਰੀ ਜਿਹੜੀ ਸੀਗੀ ਛੱਡ ਦਿੱਤੀ ਅਤੇ ਆਪਣਾ ਅਗਲਾ ਜੀਵਨ ਜਿਹੜਾ ਸੀ ਲੋਕਾਂ ਵਿੱਚ ਗਿਆਨ ਪ੍ਰਚਾਰ ਕਰਨ ਵਿੱਚ ਜਿਹੜਾ ਸੀਗਾ ਬਤੀਤ ਕੀਤਾ ਉਹਨਾਂ ਨੇ। ਇਹ ਤੋਂ ਬਾਅਦ ਦਾ ਆਪਣਾ ਸਾਰਾ ਜੀਵਨ ਅੱਗੇ ਦੇਖਦੇ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਤਕਾਲੀ ਸਮਾਜ ਦੇ ਧਰਮ ਵਿੱਚ ਫੈਲੀ ਅਗਿਆਨਤਾ, ਅੰਧ ਵਿਸ਼ਵਾਸਾਂ ਨੂੰ ਦੂਰ ਕਰਨ ਲਈ ਸੱਚੇ ਮਨ ਨਾਲ ਈਸ਼ਵਰ ਦੀ ਭਗਤੀ ਕਰਨ ਦੇ ਸਿਧਾਂਤ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ 1499 ਤੋਂ 1521 ਈਸਵੀ ਤੱਕ ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ ਅਤੇ ਇਹਨਾਂ ਯਾਤਰਾਵਾਂ ਨੂੰ ਕੀ ਆ ਕਿ ਉਦਾਸੀਆਂ ਕਿਹਾ ਜਾਂਦਾ ਵਾ। ਠੀਕ ਹੈ, ਉਦਾਸੀਆਂ ਦੇਖੋ ਕਿੰਨਾ ਸਮਾਂ ਕੀਤੀਆਂ ਉਹਨਾਂ ਨੇ, 1499 ਤੋਂ ਲੈ ਕੇ 1521 ਈਸਵੀ ਦੇ ਸਮੇਂ ਦੇ ਦੌਰਾਨ। ਹੁਣ ਆਪਾਂ ਪੜ੍ਹਦੇ ਹਾਂ ਉਹਨਾਂ ਦੀਆਂ ਉਦਾਸੀਆਂ ਅੱਗੇ ਡਿਟੇਲ 'ਚ। ਪਹਿਲੀ ਉਦਾਸੀ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਕੀਤੀ ਆ ਉਹ ਕੀਤੀ ਆ 1499 ਈਸਵੀ ਤੋਂ ਲੈ ਕੇ 1510 ਈਸਵੀ ਦੇ ਸਮੇਂ ਤੱਕ ਕੀਤੀ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਜਿਹੜੀ ਜਿਹਨੂੰ ਆਪਾਂ ਯਾਤਰਾ ਕਹਿੰਦੇ ਆ 1499 ਈਸਵੀ ਵਿੱਚ ਆਰੰਭ ਕੀਤੀ ਸੀ।
ਇਸ ਉਦਾਸੀ ਦੌਰਾਨ ਉਹ ਪੂਰਬੀ ਭਾਰਤ ਵੱਲ ਗਏ। ਭਾਈ ਮਰਦਾਨਾ ਜੀ ਵੀ ਉਹਨਾਂ ਦੇ ਨਾਲ ਸਨ। ਦੇਖੋ ਪਹਿਲੀ ਜਦੋਂ ਉਦਾਸੀ ਲਈ ਗਏ ਆ ਤਾਂ ਉਹਨਾਂ ਦੇ ਨਾਲ ਕੌਣ ਸੀ? ਭਾਈ ਮਰਦਾਨਾ ਜੀ। ਇਸ ਯਾਤਰਾ ਦੌਰਾਨ ਉਹ ਕਿੱਥੇ ਕਿੱਥੇ ਗਏ ਹੁਣ ਉਹ ਦੇਖਦੇ ਹਾਂ। ਲਾਹੌਰ, ਸ਼ਯਦਪੁਰ, ਸਿਆਲਕੋਟ, ਤਾਲੁੰਬਾ, ਕੁਰੂਕਸ਼ੇਤਰ, ਪਾਣੀਪਤ, ਦਿੱਲੀ, ਹਰਿਦੁਆਰ, ਗੋਰਖਮਤਾ ਜਿਹਨੂੰ ਹੁਣ ਨਾਨਕਮੱਤਾ ਦੇ ਨਾਮ ਨਾਲ ਜਾਣਿਆ ਜਾਂਦਾ ਵਾ, ਬਨਾਰਸ, ਧੂਬਰੀ, ਗਿਆ, ਪਟਨਾ, ਕਟਕ, ਕਾਮਰੂਪ, ਸਿਲਹਟ, ਢਾਕਾ, ਜਗਨਨਾਥਪੁਰੀ ਅਤੇ ਮੱਧ ਭਾਰਤ ਦੇ ਜਿਹੜੇ ਰਸਤੇ ਜਿਹੜੇ ਸੀਗੇ ਚੰਦੇਰੀ, ਭੋਪਾਲ, ਗਵਾਲੀਅਰ, ਆਗਰਾ, ਮਥੁਰਾ ਹੁੰਦੇ ਹੋਏ 1510 ਈਸਵੀ ਵਿੱਚ ਗੁਰੂ ਜੀ ਮੁੜ ਕੇ ਆਪਣੇ ਪਿੰਡ ਜਿਹੜਾ ਸੀਗਾ ਤਲਵੰਡੀ ਪਹੁੰਚ ਗਏ। ਦੇਖੋ ਇੰਨੇ ਸਮੇਂ ਵਿੱਚ ਉਹਨਾਂ ਨੇ ਕਿੰਨੇ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ। ਸਿਰਫ ਯਾਤਰਾਵਾਂ ਨਹੀਂ ਕੀਤੀਆਂ ਇੱਥੇ, ਅਤੇ ਜਿਹੜੇ ਵੀ ਲੋਕ ਉਹਨਾਂ ਨੂੰ ਮਿਲੇ, ਜਿੱਥੇ ਵੀ ਉਹਨਾਂ ਨੂੰ ਮਤਲਬ ਅੰਧ ਵਿਸ਼ਵਾਸ ਫੈਲਿਆ ਮਿਲਿਆ, ਉਹਨਾਂ ਨੇ ਉਹ ਅੰਧ ਵਿਸ਼ਵਾਸ ਨੂੰ ਜਿਹੜਾ ਸੀਗਾ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਭਾਈ ਮਰਦਾਨਾ ਨੂੰ ਆਪਣੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਅਤੇ ਉਹ ਆਪ ਤਲਵੰਡੀ ਤੋਂ ਕੁਝ ਦੂਰ ਇਕਾਂਤ ਵਿੱਚ ਜਿਹੜਾ ਸੀ ਰਹਿਣ ਲੱਗ ਪਏ। ਅੱਗੇ ਹੈ ਸ਼ਯਦਪੁਰ, ਐਮਨਾਬਾਦ ਦਾ ਜਿਹੜਾ ਹੈਗਾ ਉਹਨਾਂ ਦੀ ਯਾਤਰਾ। ਇੱਥੇ ਗੁਰੂ ਜੀ ਗਰੀਬ ਤਰਖਾਨ ਭਾਈ ਲਾਲੋ ਜੀ ਦੇ ਘਰ ਠਹਿਰੇ। ਦੇਖੋ ਸ਼ਯਦਪੁਰ ਵਿੱਚ ਕਿਹਦੇ ਘਰ ਰੁਕੇ ਸੀਗੇ? ਭਾਈ ਲਾਲੋ ਜੀ ਦੇ ਘਰ। ਉੱਥੋਂ ਦੇ ਅਮੀਰ ਮਲਕ ਭਾਗੋ ਨੇ ਗੁਰੂ ਜੀ ਨੂੰ ਆਪਣੀ ਹਵੇਲੀ ਵਿੱਚ ਠਹਿਰਨ ਅਤੇ ਭੋਜਨ ਕਰਨ ਦਾ ਬੁਲਾਵਾ ਭੇਜਿਆ, ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਕਿਉਂਕਿ ਮਲਕ ਭਾਗੋ ਨੇ ਕੀ ਸੀ? ਗਰੀਬਾਂ ਦਾ ਖੂਨ ਚੂਸ ਕੇ ਦੌਲਤ ਕਮਾਈ ਸੀ, ਜਦ ਕਿ ਭਾਈ ਲਾਲੋ ਜਿਹੜਾ ਸੀਗਾ ਉਹ ਮਿਹਨਤ ਦੀ ਕਮਾਈ ਅਤੇ ਇਮਾਨਦਾਰੀ ਦੀ ਕਮਾਈ ਕਰਦਾ ਸੀਗਾ। ਇਸ ਪ੍ਰਕਾਰ ਗੁਰੂ ਜੀ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਹੱਕ ਅਤੇ ਮਿਹਨਤ ਦੀ ਜਿਹੜੀ ਹੈਗੀ ਆ ਕਿਰਤ ਜਾਂ ਕਮਾਈ ਕਰਨੀ ਚਾਹੀਦੀ ਆ। ਆਪਾਂ ਨੂੰ ਪਿਕਚਰ ਦਿੱਤੀ ਹੋਈ ਆ ਗੁਰੂ ਨਾਨਕ ਦੇਵ ਜੀ ਜਿਸ ਟਾਈਮ ਭਾਈ ਲਾਲੋ ਜੀ ਦੇ ਘਰ ਰੁਕੇ ਸੀ। ਇਹਦੇ ਨਾਲ ਹੀ ਸਾਈਡ ਬਾਏ ਦਿੱਤਾ ਹੋਇਆ ਉਹਨਾਂ ਦੀ ਹਰਿਦੁਆਰ ਦੀ ਜਿਹੜੀ ਉਦਾਸੀ ਸੀ ਜਾਂ ਯਾਤਰਾ ਸੀ। ਆਪਣੀ ਯਾਤਰਾ ਦੌਰਾਨ ਗੁਰੂ ਜੀ ਜਦੋਂ ਹਰਿਦੁਆਰ ਪਹੁੰਚੇ, ਉੱਥੇ ਲੋਕ ਕਰਮਕਾਂਡਾਂ ਵਿੱਚ ਫਸੇ ਹੋਏ ਲੋਕ ਅਗਿਆਨਤਾ ਵਸ ਗੰਗਾ ਨਦੀ ਵਿੱਚ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਆਪਣੇ ਮਰੇ ਹੋਏ ਪੁਰਖਾਂ ਪਿੱਤਰਾਂ ਤੱਕ ਜਿਹੜਾ ਸੀ ਪਾਣੀ ਪਹੁੰਚਾਉਣ ਲਈ ਸੂਰਜ ਨੂੰ ਜਿਹੜਾ ਸੀਗਾ ਪਾਣੀ ਦੇ ਰਹੇ ਸੀਗੇ। ਪਰ ਕੀ ਸੀਗਾ ਕਿ ਲੋਕਾਂ ਨੂੰ ਵਹਿਮ ਭਰਮਾਂ ਵਿੱਚੋਂ ਕੱਢਣ ਦੇ ਲਈ ਗੁਰੂ ਜੀ ਨੇ ਕੀ ਕੀਤਾ ਕਿ ਉਹਨਾਂ ਤੋਂ ਉਲਟੋ ਤਾਂ ਪੂਰਬ ਦਿਸ਼ਾ ਵੱਲ ਪਾਣੀ ਦੇ ਰਹੇ ਸੀ ਨਾ, ਪਰ ਗੁਰੂ ਜੀ ਨੇ ਕੀ ਕੀਤਾ ਕਿ ਪੱਛਮ ਵੱਲ ਜਿਹੜਾ ਸੀਗਾ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਗੁਰੂ ਜੀ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਪਹੁੰਚਾ ਰਹੇ ਹਨ। ਲੋਕਾਂ ਨੇ ਸਵਾਲ ਕੀਤਾ ਕਿ ਤੁਹਾਡੇ ਵੱਲੋਂ ਦਿੱਤਾ ਪਾਣੀ ਇੰਨੀ ਦੂਰ ਤੁਹਾਡੇ ਖੇਤਾਂ ਤੱਕ ਕਿਵੇਂ ਪਹੁੰਚ ਸਕਦਾ ਹੈ? ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਵੱਲੋਂ ਦਿੱਤਾ ਪਾਣੀ ਦੁਨੀਆ ਜਿਹੜੀ ਹੈਗੀ ਆ ਦੂਜੀ ਦੁਨੀਆ ਵਿੱਚ ਤੁਹਾਡੇ ਪਿੱਤਰਾਂ ਕੋਲ ਹੈ ਨਾ ਪਹੁੰਚ ਸਕਦਾ, ਤਾਂ ਮੇਰਾ ਪਾਣੀ ਹੈ ਜਿਹੜਾ 100 ਮੀਲ ਦੂਰ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ? ਗੁਰੂ ਜੀ ਨੇ ਇਸ ਤਰਕ ਤੋਂ ਜਿਹੜੇ ਸੀ ਲੋਕ ਬਹੁਤ ਪ੍ਰਭਾਵਿਤ ਹੋਏ ਸੀ ਅਤੇ ਕਾਫੀ ਹੱਦ ਤੱਕ ਵਹਿਮ ਭਰਮ ਜਿਹੜੇ ਸੀ ਘਟਣ ਲੱਗ ਗਏ ਸੀ। ਅੱਗੇ ਹੈਗਾ ਹੁਣ ਉਹਨਾਂ ਦੀ ਤਾਲੁੰਬਾ ਦੀ ਯਾਤਰਾ ਬਾਰੇ ਪੜ੍ਹਦੇ ਆਪਾਂ। ਤਾਲੁੰਬਾ ਵਿਖੇ ਸੱਜਣ ਨਾਂ ਦਾ ਇੱਕ ਠੱਗ ਰਹਿੰਦਾ ਸੀ। ਇਹ ਉਹਨਾਂ ਦੀ ਜਿਹੜੀ ਹੈਗੀ ਆ ਸਾਖੀ ਬਾਰੇ ਵੀ ਆਪਾਂ ਕਾਫੀ ਵਾਰ ਸੁਣਿਆ ਹੋਊਗਾ। ਆਪਣੀ ਹਵੇਲੀ ਵਿੱਚ ਠਹਿਰਨ ਵਾਲੇ ਯਾਤਰੀਆਂ ਨੂੰ ਕਤਲ ਕਰਕੇ ਉਹ ਕੀ ਸੀ? ਉਹਨਾਂ ਦਾ ਸਮਾਨ ਲੁੱਟ ਲੈਂਦਾ ਸੀ। ਗੁਰੂ ਜੀ ਨੇ ਆਪਣੇ ਉਪਦੇਸ਼ਾਂ ਰਾਹੀਂ ਉਸ ਦਾ ਜਿਹੜਾ ਸੀਗਾ ਮਨ ਬਦਲ ਦਿੱਤਾ ਅਤੇ ਉਹ ਜਿਹੜਾ ਸੀਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ ਅਤੇ ਉਸਨੇ ਲੁੱਟ ਮਾਰ ਦਾ ਕੰਮ ਛੱਡ ਦਿੱਤਾ ਅਤੇ ਧਰਮ ਪ੍ਰਚਾਰ ਸ਼ੁਰੂ ਕਰ ਦਿੱਤਾ ਅਤੇ ਆਪਣੀ ਹਵੇਲੀ ਜਿਹੜੀ ਸੀਗੀ ਜਾਂ ਆਪਣੀ ਜਿਹੜੀ ਵੀ ਧਨ ਦੌਲਤ ਸੀ ਉਹਨੇ ਕੀ ਸੀਗਾ ਕਿ ਯਾਤਰੀਆਂ ਦੀ ਸੇਵਾ ਵਿੱਚ ਲਗਾਤੀ ਸੀ। ਆਪਣੀ ਜਿਹੜੀ ਹਵੇਲੀ ਸੀ ਉਹਨੇ ਧਰਮਸ਼ਾਲਾ ਬਣਾਤਾ ਸੀਗਾ ਯਾਤਰੀਆਂ ਦੇ ਰੁਕਣ ਲਈ। ਅੱਗੇ ਹੈ ਜਗਨਨਾਥਪੁਰੀ। ਜਗਨਨਾਥਪੁਰੀ ਹਿੰਦੂਆਂ ਦਾ ਪ੍ਰਸਿੱਧ ਤੀਰਥ ਸਥਾਨ ਆ, ਜਿੱਥੇ ਭਗਵਾਨ ਸ਼੍ਰੀ ਜਗਨਨਾਥ ਜਿਹੜੇ ਭਗਵਾਨ ਵਿਸ਼ਨੂੰ ਦਾ ਹੀ ਇੱਕ ਜਿਹੜਾ ਹੈਗਾ ਰੂਪ ਨੇ ਦਾ ਮੰਦਰ ਹੈ। ਇੱਥੇ ਗੁਰੂ ਜੀ ਨੇ ਪੁਜਾਰੀਆਂ ਨੂੰ ਵਿਸ਼ਨੂੰ ਭਗਵਾਨ ਦੀ ਮੂਰਤੀ ਦੀ ਪੂਜਾ ਅਤੇ ਆਰਤੀ ਕਰਦਿਆਂ ਦੇਖਿਆ ਤਾਂ ਉਹਨਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਪਰਮਾਤਮਾ ਜਿਹੜਾ ਨਿਰੰਕਾਰ ਆ ਅਤੇ ਸੰਪੂਰਨ ਬ੍ਰਹਿਮੰਡ, ਆਕਾਸ਼, ਸੂਰਜ, ਚੰਨ, ਤਾਰੇ, ਹਵਾ, ਬਨਸਪਤੀ, ਫੁੱਲ ਆਦਿ ਜਿਹੜੇ ਹੈਗੇ ਆ ਰਲ ਕੇ ਹਰ ਵੇਲੇ ਕੀ ਆ ਉਸ ਨਿਰੰਕਾਰ ਪਰਮਾਤਮਾ ਦੀ ਅਲੌਕਿਕ ਆਰਤੀ ਕਰਦੇ ਹਨ। ਉਹਨਾਂ ਨੇ ਇੱਕ ਬਾਣੀ ਵੀ ਰਚੀ ਹੋਈ ਹੈ ਨਾ, ਆਪਾਂ ਆਰਤੀ ਹੈਗੀ ਆਪਣੇ ਗੁਰਬਾਣੀ ਦੇ ਵਿੱਚ, ਗਗਨ ਮੇ ਥਾਲ ਰਾਵ ਚੰਦ ਦੀਪਕ ਬਣੇ, ਉਹ ਇਸੇ ਤਰ੍ਹਾਂ ਹੀ ਜਿਹੜੀ ਸੀ ਉਹਨਾਂ ਨੇ ਲਿਖੀ ਸੀ ਕਿ ਪੂਰੀ ਕੁਦਰਤ ਆ ਜਿਹੜੀ ਉਹ ਪਰਮਾਤਮਾ ਦੀ ਆਰਤੀ ਕਰਦੀ ਆ। ਆਪਾਂ ਜਿਹੜੇ ਹੈਗੇ ਆ ਧਾਰਮਿਕ ਕਰਮਕਾਂਡਾਂ ਨਾਲ ਪਰਮਾਤਮਾ ਦੀ ਆਰਤੀ ਨਹੀਂ ਉਤਾਰ ਸਕਦੇ। ਅੱਗੇ ਹੈ ਦੂਜੀ ਉਦਾਸੀ। ਹੁਣ ਉਹਨਾਂ ਨੇ ਦੂਜੀ ਉਦਾਸੀ ਜਿਹੜੀ ਆ 1510 ਈਸਵੀ ਤੋਂ ਲੈ ਕੇ 1515 ਈਸਵੀ ਦੇ ਜਿਹੜੇ ਸਮੇਂ ਦੌਰਾਨ ਕੀਤੀ ਆ। ਕੁਝ ਸਮਾਂ ਤਲਵੰਡੀ ਵਿੱਚ ਰੁਕਣ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ 1510 ਈਸਵੀ ਵਿੱਚ ਦੱਖਣੀ ਭਾਰਤ ਦੀ ਯਾਤਰਾ ਸ਼ੁਰੂ ਕੀਤੀ।
ਇਸ ਯਾਤਰਾ ਦੌਰਾਨ ਉਹਨਾਂ ਨੇ ਸ਼ੈਦੋ ਅਤੇ ਗੋਹੋ ਨਾਂ ਦੇ 2 ਭਰਾਵਾਂ ਅਤੇ ਭਾਈ ਮਰਦਾਨਾ ਨੂੰ ਆਪਣੇ ਨਾਲ ਲਿਆ। ਦੇਖਦੇ ਉਹਨਾਂ ਦੀਆਂ ਯਾਤਰਾਵਾਂ। ਸਭ ਤੋਂ ਪਹਿਲਾਂ ਹੈਗੀ ਜੀ ਰਾਜਸਥਾਨ ਦਾ ਦਿੱਤਾ ਹੋਇਆ। ਆਪਣੀ ਇਸ ਉਦਾਸੀ ਦੌਰਾਨ ਗੁਰੂ ਜੀ ਨੇ ਮਾਲਵਾ ਦੇ ਸੰਤਾਂ ਨਾਲ ਭੇਂਟ ਕੀਤੀ। ਉਹ ਹਿੰਦੂਆਂ ਦੇ ਪ੍ਰਸਿੱਧ ਤੀਰਥ ਸਥਾਨ ਪੁਸ਼ਕਰ ਵੀ ਗਏ। ਉਹਨਾਂ ਨੇ ਮਾਊਂਟ ਆਬੂ ਵਿਖੇ ਜੈਨ ਮੁਨੀਆਂ ਨਾਲ ਵੀ ਮੁਲਾਕਾਤ ਕੀਤੀ। ਉਹ ਤੋਂ ਬਾਅਦ ਆ ਗਿਆ ਦੱਖਣੀ ਭਾਰਤ ਵਿੱਚ। ਰਾਜਸਥਾਨ ਤੋਂ ਬਾਅਦ ਗੁਰੂ ਜੀ ਦੱਖਣੀ ਭਾਰਤ ਵਿੱਚ ਉਜੈਨ, ਹੈਦਰਾਬਾਦ, ਨੰਦੇੜ, ਬਿਦਰ, ਗੋਲਕੁੰਡਾ, ਗੰਟੂਰ, ਮਦਰਾਸ, ਤ੍ਰਿਚਨਾਪੱਲੀ, ਨਾਗਾਪਟਮ, ਕਾਂਚੀਪੁਰਮ ਅਤੇ ਆਦਿ ਤੀਰਥ ਸਥਾਨ ਜਿਹੜੇ ਸੀਗੇ ਰਮੇਸ਼ਵਰਮ ਦੀ ਯਾਤਰਾ ਵੀ ਉਹਨਾਂ ਨੇ ਕੀਤੀ। ਫਿਰ ਆ ਗਿਆ ਜੀ ਲੰਕਾ। ਸ਼੍ਰੀ ਗੁਰੂ ਨਾਨਕ ਦੇਵ ਜੀ ਸਮੁੰਦਰੀ ਮਾਰਗ ਰਾਹੀਂ ਲੰਕਾ ਗਏ। ਕਹਿੰਦੇ ਹਨ ਕਿ ਲੰਕਾ ਦਾ ਰਾਜਾ ਸ਼ਿਵਨਾਭ ਅਤੇ ਹੋਰ ਬਹੁਤ ਸਾਰੇ ਲੋਕ ਗੁਰੂ ਜੀ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਸਿੱਖ ਬਣ ਗਏ। ਸ਼੍ਰੀ ਗੁਰੂ ਨਾਨਕ ਦੇਵ ਜੀ ਲੰਕਾ ਤੋਂ ਵਾਪਸ ਰਾਮੇਸ਼ਵਰਮ, ਤ੍ਰਿਵੇਂਦਰਮ, ਕੋਟੀਅਮ, ਸ਼੍ਰੀ ਰੰਗਾਪਟਨਮ, ਸੋਮਨਾਥ, ਦੁਆਰਕਾ, ਕੱਛ, ਮਾਂਡਲੀ, ਬਹਾਵਲਪੁਰਮ, ਮੁਲਤਾਨ ਹੁੰਦੇ ਹੋਏ 1515 ਈਸਵੀ ਨੂੰ ਆਪਣੇ ਪਿੰਡ ਤਲਵੰਡੀ ਪਹੁੰਚੇ ਅਤੇ ਫਿਰ ਸੁਲਤਾਨਪੁਰ ਚਲੇ ਗਏ। ਅੱਗੇ ਕੰਟੀਨਿਊ ਕਰਦੇ ਹਾਂ। ਹੁਣ ਹੈਗੀ ਹੈ ਜੀ ਉਹਨਾਂ ਦੀ ਤੀਜੀ ਉਦਾਸੀ। ਦੇਖੋ ਪਹਿਲੀਆਂ 2 ਉਦਾਸੀਆਂ ਬਾਰੇ ਆਪਾਂ ਡਿਟੇਲ 'ਚ ਪੜ੍ਹ ਚੁੱਕੇ ਹਾਂ। ਉਹ ਤੋਂ ਬਾਅਦ ਹੈ ਕਿ ਗੁਰੂ ਨਾਨਕ ਦੇਵ ਨੇ ਆਪਣੀ ਤੀਜੀ ਉਦਾਸੀ ਜਿਹੜੀ ਸੀਗੀ ਉਹਨਾਂ ਨੇ ਕਦੋਂ ਤੋਂ ਕਦੋਂ ਤੱਕ ਕੀਤੀ। ਉਹ ਉਦਾਸੀ ਉਹਨਾਂ ਨੇ ਸੀਗੀ 1515 ਈਸਵੀ ਤੋਂ 1517 ਈਸਵੀ ਦੇ ਸਮੇਂ ਦੌਰਾਨ ਕੀਤੀ। ਉਹਨੂੰ ਦੇਖਦੇ ਹਾਂ ਅੱਗੇ। ਕੁਝ ਸਮਾਂ ਸੁਲਤਾਨਪੁਰ ਲੋਧੀ ਆਪਣੇ ਪਰਿਵਾਰ ਨਾਲ ਰਹਿਣ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨਾ, ਹੱਸੂ ਲੁਹਾਰ ਅਤੇ ਸੀਹਾ ਸਿੰਬੇ ਨੂੰ ਨਾਲ ਲੈ ਕੇ ਜਿਹੜਾ ਸੀ ਉੱਤਰੀ ਭਾਰਤ ਵੱਲ ਤੀਜੀ ਯਾਤਰਾ ਸ਼ੁਰੂ ਕੀਤੀ। ਤੀਜੀ ਯਾਤਰਾ ਜਿਹੜੀ ਸੀ ਉਹਨਾਂ ਨੇ ਕੀਤੀ, ਉਸ ਦੌਰਾਨ ਉਹ ਕਿੱਥੇ ਕਿੱਥੇ ਗਏ ਦੇਖਦੇ ਹਾਂ। ਪਹਿਲਾ ਨੰਬਰ ਦਿੱਤਾ ਮੁਕਾਮ ਪੀਰ, ਬੁੱਢਣ ਸ਼ਾਹ ਅਤੇ ਫਿਰ ਤਿੱਬਤ ਅਤੇ ਨੇਪਾਲ। ਫਿਰ ਗੋਰਖਮਤਾ, ਨਾਨਕਮਤਾ, ਟਿੱਲਾ ਬਾਲ ਜਿਹੜਾ ਖੁਦਾਈ ਆ ਉੱਥੇ। ਫਿਰ ਪਹਾੜੀ ਇਲਾਕੇ ਮੰਡੀ, ਬਿਲਾਸਪੁਰ, ਮੰਡੀ ਸੰਕੇਤ, ਰਿਵਾਲਸਰ, ਜਵਾਲਾ ਜੀ, ਕਾਂਗੜਾ, ਵੈਜਨਾਥ, ਕੁੱਲੂ, ਸਪਤੀ ਜਿਹੜਾ ਸੀਗਾ ਤਿੱਬਤ ਆਦਿ ਜਿਹੜੇ ਇਹ ਹੈਗੇ ਆ। ਬਿਲਾਸਪੁਰ ਦਾ ਮੰਡੀ ਸੰਕੇਤ ਆ ਜਾਂ ਜਿਹੜਾ ਹੈਗਾ ਰਿਵਾਲਸਰ ਆ, ਉੱਥੇ ਅੱਜ ਜਿਹੜੇ ਹੈਗੇ ਆ ਕਿ ਗੁਰਦੁਆਰਾ ਸਾਹਿਬ ਬਣੇ ਹੋਏ ਆ। ਇਸ ਤੋਂ ਬਾਅਦ ਹੈਗਾ ਕਸ਼ਮੀਰ ਵਿੱਚ ਉਹ ਕੈਲਾਸ਼ ਪਰਬਤ, ਲਦਾਖ, ਕਾਰਗਿਲ, ਅਮਰਨਾਥ, ਪਹਿਲਗਾਮ, ਮਟਨ, ਅਨੰਤਨਾਗ, ਸ਼੍ਰੀਨਗਰ, ਬਾਰਾਮੂਲਾ ਇਹਨਾਂ ਥਾਵਾਂ 'ਤੇ ਗਏ ਉੱਤਰ ਵਿੱਚ ਉਹ। ਇਸ ਤੋਂ ਬਾਅਦ ਜਿਹੜੀ ਹੈਗੀ ਆ ਚੌਥੀ ਉਦਾਸੀ 1517 ਈਸਵੀ ਤੋਂ 1521 ਈਸਵੀ ਦੇ ਸਮੇਂ ਦੌਰਾਨ ਜਿਹੜੀ ਹੈਗੀ ਆ ਗੁਰੂ ਨਾਨਕ ਦੇਵ ਜੀ ਨੇ ਚੌਥੀ ਉਦਾਸੀ ਕੀਤੀ। ਇਸ ਬਾਰੇ ਪੜ੍ਹਦੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1517 ਈਸਵੀ ਤੋਂ 1521 ਈਸਵੀ ਤੱਕ ਭਾਈ ਮਰਦਾਨੇ ਨੂੰ ਨਾਲ ਲੈ ਕੇ ਆਪਣੀ ਚੌਥੀ ਉਦਾਸੀ ਜਿਹੜੀ ਸੀਗੀ ਉਹ ਸ਼ੁਰੂ ਕੀਤੀ ਸੀ। ਅਤੇ ਉਹਦੇ ਵਿੱਚ ਉਹ ਕੀ ਸੀ, ਪੱਛਮੀ ਏਸ਼ੀਆਈ ਦੇਸ਼ਾਂ ਦੀ ਯਾਤਰਾ ਕੀਤੀ ਸੀ ਉਹਨਾਂ ਨੇ। ਇਸ ਯਾਤਰਾ ਦੌਰਾਨ ਉਹਨਾਂ ਨੇ ਮੁਸਲਮਾਨ ਹਾਜੀਆਂ ਵਾਲਾ ਨੀਲਾ ਪਹਿਰਾਵਾ ਜਿਹੜਾ ਸੀ ਧਾਰਨ ਕੀਤਾ ਸੀ। ਇਸ ਯਾਤਰਾ ਦੌਰਾਨ ਉਹ ਗਏ ਕਿੱਥੇ ਕਿੱਥੇ ਹੁਣ, ਮੁਲਤਾਨ, ਉੱਚ, ਹਿੰਗਲਾਜ, ਮੱਕਾ, ਮਦੀਨਾ, ਬਗਦਾਦ, ਕੰਧਾਰ, ਕਾਬੁਲ, ਜਲਾਲਾਬਾਦ, ਸੁਲਤਾਨਪੁਰ, ਪੇਸ਼ਾਵਰ ਅਤੇ ਸ਼ੈਦਪੁਰ ਦੀ ਯਾਤਰਾ ਜਿਹੜੀ ਸੀ ਉਹਨਾਂ ਨੇ ਕੀਤੀ। ਪਰਮਾਤਮਾ ਸਰਬ ਵਿਆਪਕ ਹੈ। ਆਪਣੀ ਯਾਤਰਾ ਦੌਰਾਨ ਗੁਰੂ ਜੀ ਮੁਸਲਮਾਨਾਂ ਦੇ ਤੀਰਥ ਸਥਾਨ ਮੱਕਾ ਵਿਖੇ ਗਏ। ਉੱਥੇ ਉਹ ਕਾਬਾ ਵੱਲ ਪੈਰ ਕਰਕੇ ਸੌਂ ਗਏ। ਉੱਥੋਂ ਦੇ ਕਾਜੀ ਰੁਕਨੁਦੀਨ ਨੇ ਗੁਰੂ ਜੀ ਨੂੰ ਕਾਫਰ ਕਹਿੰਦੇ ਇਸ 'ਤੇ ਇਤਰਾਜ਼ ਕੀਤਾ ਤਾਂ ਗੁਰੂ ਜੀ ਨੇ ਉਸ ਨੂੰ ਨਿਮਰਤਾ ਨਾਲ ਕਿਹਾ ਕਿ ਉਹ ਉਸ ਦੇ ਪੈਰ ਉਸ ਪਾਸੇ ਵੱਲ ਕਰ ਦੇਵੇ ਜਿਸ ਪਾਸੇ ਜਿਹੜਾ ਅੱਲਾ ਵਾ ਉਹ ਨਹੀਂ ਹੈਗਾ। ਇਹ ਸੁਣ ਕੇ ਕਾਜੀ ਜਿਹੜਾ ਸੀਗਾ ਉਹ ਸੋਚਾਂ ਵਿੱਚ ਪੈ ਗਿਆ ਅਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਇਸ ਪ੍ਰਕਾਰ ਗੁਰੂ ਜੀ ਨੇ ਲੋਕਾਂ ਨੂੰ ਈਸ਼ਵਰ ਅੱਲਾ ਦੇ ਸਰਬ ਵਿਆਪੀ ਹੋਣ ਦਾ ਸੁਨੇਹਾ ਦਿੱਤਾ। ਜਦੋਂ ਹਾਜੀਆਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਹਿੰਦੂ ਧਰਮ ਚੰਗਾ ਹੈ ਜਾਂ ਮੁਸਲਮਾਨ ਧਰਮ ਚੰਗਾ ਹੈ ਤਾਂ ਉੱਤਰ ਵਿੱਚ ਗੁਰੂ ਜੀ ਨੇ ਕਿਹਾ ਕਿ ਸਭ ਕਰਮਾਂ ਤੋਂ ਬਿਨਾਂ ਕਿਸੇ ਵੀ ਧਰਮ ਦਾ ਵਿਅਕਤੀ ਪਰਮਾਤਮਾ ਦੇ ਦਰਬਾਰ ਵਿੱਚ ਸੁੱਖ ਪ੍ਰਾਪਤ ਨਹੀਂ ਕਰ ਸਕਦਾ। ਜੇ ਕੋਈ ਵਿਅਕਤੀ ਚੰਗੇ ਕਰਮ ਕਰੂਗਾ, ਚੰਗੇ ਕੰਮ ਕਰੂਗਾ ਤਾਂ ਹੀ ਉਹ ਜਿਹੜਾ ਕੀ ਆ ਕਿ ਪਰਮਾਤਮਾ ਦੇ ਦਰਬਾਰ ਵਿੱਚ ਸੁੱਖ ਪ੍ਰਾਪਤ ਕਰ ਸਕਦਾ ਹੈ। ਅੱਗੇ ਹੈਗਾ ਹਸਨ ਅਬਦਾਲ। ਮੱਕਾ ਮਦੀਨਾ ਦੀ ਯਾਤਰਾ ਤੋਂ ਵਾਪਸ ਆਉਂਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਹਸਨ ਅਬਦਾਲ ਪਹੁੰਚੇ। ਉੱਥੇ ਇੱਕ ਉੱਚੀ ਪਹਾੜੀ ਉੱਤੇ ਹੰਕਾਰੀ ਮੁਸਲਮਾਨ ਫਕੀਰ ਬਲੀ ਕੰਧਾਰੀ ਰਹਿੰਦਾ ਸੀ। ਉਸਨੇ ਪਹਾੜੀ ਤੋਂ ਹੇਠਾਂ ਨਗਰ ਵੱਲ ਵਗਣ ਵਾਲੇ ਪਾਣੀ ਨੂੰ ਰੋਕਿਆ ਹੋਇਆ ਸੀ। ਲੋਕਾਂ ਦੇ ਮਿਹਨਤਾਂ ਕਰਨ 'ਤੇ ਵੀ ਬਲੀ ਕੰਧਾਰੀ ਨੇ ਪਾਣੀ ਨਹੀਂ ਸੀ ਖੋਲ੍ਹਿਆ। ਉਸਨੇ ਭਾਈ ਮਰਦਾਨਾ ਜੀ ਨੂੰ ਵੀ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਜਦ ਗੁਰੂ
ਸ਼੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪਹਾੜੀ ਦੇ ਹੇਠੋਂ ਹੀ ਪੱਥਰ ਹਟਾ ਕੇ ਜਿਹੜਾ ਸੀਗਾ ਪਾਣੀ ਕੱਢ ਦਿੱਤਾ। ਗੁੱਸੇ ਵਿੱਚ ਆ ਕੇ ਬਲੀ ਕੰਧਾਰੀ ਨੇ ਪਹਾੜ ਦੇ ਉੱਪਰੋਂ ਇੱਕ ਵੱਡੀ ਚਟਾਨ ਜਿਹੜੀ ਸੀ ਉਹਨੂੰ ਰੋੜ ਕੇ ਗੁਰੂ ਜੀ ਨੂੰ ਮਾਰਨਾ ਚਾਹਿਆ, ਪਰੰਤੂ ਗੁਰੂ ਜੀ ਨੇ ਉਸ ਚਟਾਨ ਨੂੰ ਆਪਣੇ ਪੰਜੇ ਨਾਲ ਰੋਕ ਲਿਆ। ਇਸ ਪ੍ਰਕਾਰ ਬਲੀ ਕੰਧਾਰੀ ਦਾ ਜਿਹੜਾ ਸੀ ਹੰਕਾਰ ਟੁੱਟ ਗਿਆ। ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਉਹਨਾਂ ਦਾ ਸ਼ਰਧਾਲੂ ਬਣ ਗਿਆ। ਅੱਜ ਕੱਲ੍ਹ ਉੱਥੇ ਜਿਹੜਾ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਵਿੱਚ ਜਿਹੜਾ ਸਥਿਤ ਆ ਉਹ ਗੁਰਦੁਆਰਾ ਪੰਜਾ ਸਾਹਿਬ ਉੱਥੇ ਬਣਿਆ ਹੋਇਆ ਵਾ। ਅੱਗੇ ਕੰਟੀਨਿਊ ਕਰਦੇ ਹਾਂ। ਹਾਂਜੀ, ਅੱਗੇ ਮੁਸਲਮਾਨਾਂ ਦੇ ਕੁਝ ਸ਼ਬਦ ਦਿੱਤੇ ਆ, ਉਹਨਾਂ ਬਾੜ ਦਾ ਆਪਾਂ ਨੂੰ ਮੀਨਿੰਗ ਦੱਸਿਆ ਹੋਇਆ ਕਿ ਕਾਵਾ ਸ਼ਬਦ ਆ ਜਿਹੜਾ ਉਹ ਕੀ ਆ, ਕਾਵਾ ਤੋਂ ਕੀ ਭਾਵ ਆ। ਮੁਸਲਮਾਨਾਂ ਦੇ ਤੀਰਥ ਸਥਾਨ ਮੱਕਾ ਵਿੱਚ ਇੱਕ ਪਵਿੱਤਰ ਕਾਲਾ ਪੱਥਰ ਹੈ ਜਿਸ ਨੂੰ ਕਾਵਾ ਕਿਹਾ ਜਾਂਦਾ। ਹਾਂਜੀ, ਕਾਵਾ ਕਿਹਨੂੰ ਕਿਹਾ ਜਾਂਦਾ ਕਿ ਮੁਸਲਮਾਨਾਂ ਦਾ ਜਿਹੜਾ ਇੱਕ ਪ੍ਰਸਿੱਧ ਤੀਰਥ ਸਥਾਨ ਆ ਕਿਹੜਾ, ਮੱਕਾ, ਉੱਥੇ ਇੱਕ ਕਾਲੇ ਰੰਗ ਦਾ ਪੱਥਰ ਹੈ ਜਿਹਨੂੰ ਕੀ ਆ, ਕਾਵਾ ਕਿਹਾ ਜਾਂਦਾ ਵਾ। ਅੱਗੇ ਹੈ ਹਾਜੀ ਕਿਸ ਨੂੰ ਆਖਦੇ ਹਨ। ਮੁਸਲਮਾਨਾਂ ਦੇ ਤੀਰਥ ਸਥਾਨ ਮੱਕਾ ਮਦੀਨਾ ਦੀ ਯਾਤਰਾ ਕਰਨ ਨੂੰ ਕੀ ਕਿਹਾ ਜਾਂਦਾ, ਹੱਜ ਕਿਹਾ ਜਾਂਦਾ। ਅਤੇ ਜੋ ਮੁਸਲਮਾਨ ਇਸ ਤੀਰਥ ਸਥਾਨ ਦੀ ਯਾਤਰਾ ਕਰਦੇ ਹਨ ਉਹਨਾਂ ਨੂੰ ਹਾਜੀ ਕਿਹਾ ਜਾਂਦਾ ਹੈ। ਅੱਗੇ ਹੈ ਤਤਕਾਲੀਨ ਪੰਜਾਬ ਕਿ ਉਸ ਸਮੇਂ ਦਾ ਜਿਹੜਾ ਪੰਜਾਬ ਸੀ ਉਹਦੀ ਕੀ ਸਥਿਤੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਵਿੱਚ ਬਾਬਰ ਵੱਲੋਂ ਇਬਰਾਹਿਮ ਲੋਧੀ ਨੂੰ ਹਰਾ ਕੇ ਭਾਰਤ ਵਿੱਚ ਮੁਗਲ ਤੁਰਕ ਰਾਜ ਦੀ ਸਥਾਪਨਾ ਕਰਨ ਦਾ ਸਭ ਤੋਂ ਵੱਡੀ ਰਾਜਨੀਤਿਕ ਘਟਨਾ ਸੀ। ਜਿਹੜੀ ਬਾਬਰ ਨੇ ਭਾਰਤ 'ਤੇ ਹਮਲਾ ਕੀਤਾ, ਠੀਕ ਆ, ਉਹਨੂੰ ਆਪਣੇ ਕਬਜ਼ੇ ਵਿੱਚ ਕੀਤਾ। ਇਹ ਸਾਰੀ ਘਟਨਾ ਜਿਹੜੀ ਸੀ ਕਿਹਦੇ ਸਮੇਂ ਵਿੱਚ ਵਾਪਰੀ, ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ। ਅੱਗੇ ਹੈ ਲੋਧੀ ਸੁਲਤਾਨਾ ਜਿਹੜੇ ਕਿ ਅਫਗਾਨ ਰਾਜੇ ਸੀਗੇ ਅਧੀਨ ਪੰਜਾਬ ਜਿਹੜਾ ਸੀ ਉਹਦੀ ਕੀ ਸਥਿਤੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਪੰਜਾਬ ਦਿੱਲੀ ਸਲਤਨਤ ਦਾ ਹੀ ਇੱਕ ਹਿੱਸਾ ਸੀ। ਗੁਰੂ ਜੀ ਦੇ ਜੀਵਨ ਤੋਂ ਪਹਿਲੇ 56 ਸਾਲਾਂ ਤੱਕ ਦਿੱਲੀ ਸਲਤਨਤ 3 ਲੋਧੀ ਸ਼ਾਸਕਾਂ ਦੇ ਅਧੀਨ ਰਹੀ। ਕਿਹੜੇ? ਬਹਿਲੋਲ ਲੋਧੀ 1451 ਤੋਂ 1499 ਈਸਵੀ ਵਿੱਚ, ਸਿਕੰਦਰ ਲੋਧੀ 1499 ਤੋਂ 1517 ਈਸਵੀ ਦੇ ਦੌਰਾਨ, ਇਬਰਾਹਿਮ ਲੋਧੀ 1517 ਤੋਂ 1526 ਈਸਵੀ ਦੇ ਦੌਰਾਨ। ਅੱਗੇ ਹੈ ਲੋਧੀ ਸੁਲਤਾਨਾਂ ਨੇ ਪੰਜਾਬ ਦੇ ਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਦੇ ਲਈ ਪੰਜਾਬ ਵਿੱਚ ਜਿਹੜਾ ਸੀਗਾ ਤਤਾਰ ਖਾਂ ਲੋਧੀ 1469 ਤੋਂ 1485 ਈਸਵੀ ਅਤੇ ਦੌਲਤ ਖਾਂ ਲੋਧੀ 1500 ਤੋਂ 1525 ਈਸਵੀ ਨੂੰ ਆਪਣਾ ਸੂਬੇਦਾਰ ਨਿਯੁਕਤ ਕੀਤਾ ਸੀਗਾ। ਪੰਜਾਬ ਦਾ ਸੂਬੇਦਾਰ ਦੌਲਤ ਖਾਂ ਲੋਧੀ ਦਿੱਲੀ ਦੇ ਸ਼ਾਸਕ ਸਿਕੰਦਰ ਲੋਧੀ ਦੇ ਪ੍ਰਤੀ ਪੂਰਾ ਵਫਾਦਾਰ ਰਿਹਾ, ਪਰੰਤੂ ਜਦ ਲੋਧੀ ਵੰਸ਼ ਦੇ ਆਖਰੀ ਸੁਲਤਾਨ ਇਬਰਾਹਿਮ ਲੋਧੀ ਨੇ ਸ਼ਾਸਨ ਦੀ ਬਾਗਡੋਰ ਸੰਭਾਲੀ ਤਾਂ ਦੌਲਤ ਖਾਂ ਲੋਧੀ ਦੀ ਵਫਾਦਾਰੀ ਜਿਹੜੀ ਸੀਗੀ ਉਹ ਬਗਾਵਤ ਵਿੱਚ ਤਬਦੀਲ ਹੋਣੀ ਸ਼ੁਰੂ ਹੋ ਗਈ, ਕਿਉਂਕਿ ਉਹ ਆਪ ਪੰਜਾਬ 'ਤੇ ਆਪਣਾ ਜਿਹੜਾ ਸੀਗਾ ਸੁਤੰਤਰ ਸ਼ਾਸਨ ਸਥਾਪਿਤ ਕਰਨਾ ਚਾਹੁੰਦਾ ਸੀਗਾ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਉਸਨੇ ਬਾਬਰ ਨੂੰ ਪੰਜਾਬ 'ਤੇ ਹਮਲਾ ਕਰਨ ਲਈ ਉਕਸਾਇਆ ਅਤੇ ਉਹਨੇ ਜਿਹੜਾ ਸੀਗਾ ਬਾਬਰ ਨੂੰ ਪੰਜਾਬ 'ਤੇ ਹਮਲਾ ਕਰਨ ਦਾ ਸੱਦਾ ਦਿੱਤਾ ਸੀ। ਅੱਗੇ ਹੈਗਾ ਕਿ ਬਾਬਰ ਦੇ ਪੰਜਾਬ ਉੱਤੇ ਹਮਲੇ ਅਤੇ ਮੁਗਲ ਰਾਜ ਦੀ ਸਥਾਪਨਾ ਬਾਰੇ ਪੜ੍ਹਦੇ ਹਾਂ। ਬਾਬਰ ਜਿਹੜਾ ਸੀਗਾ ਉਹ ਕਾਬਲ ਮੱਧ ਏਸ਼ੀਆ ਤੋਂ ਸ਼ਾਸਨ ਕਰਨ ਦੇ ਉਦੇਸ਼ ਨਾਲ ਭਾਰਤ ਆਇਆ ਸੀ। ਉਹ ਪੰਜਾਬ ਉੱਤੇ ਆਪਣਾ ਜਿਹੜਾ ਸੀ ਅਧਿਕਾਰ ਕਰਨਾ ਚਾਹੁੰਦਾ ਸੀ। ਪੰਜਾਬ ਉੱਤੇ ਅਧਿਕਾਰ ਕਰਨ ਲਈ ਇਬਰਾਹਿਮ ਲੋਧੀ, ਦੌਲਤ ਖਾਂ ਲੋਧੀ ਅਤੇ ਬਾਬਰ ਦੇ ਵਿਚਕਾਰ 1519 ਈਸਵੀ ਤੋਂ ਲੈ ਕੇ 1526 ਈਸਵੀ ਤੱਕ ਜਿਹੜਾ ਸੀ ਸੰਘਰਸ਼ ਜਾਰੀ ਰਿਹਾ, ਜਿਹਨੂੰ ਆਪਾਂ ਤ੍ਰਿਕੋਣੀ ਸੰਘਰਸ਼ ਦਾ ਜਿਹੜਾ ਹੈਗਾ ਨਾਮ ਨਾਲ ਜਾਣਦੇ ਹਾਂ। ਬਾਬਰ ਨੇ ਜਿਹੜਾ ਸੀਗਾ ਪੰਜਾਬ 'ਤੇ ਜਿੱਤ ਪ੍ਰਾਪਤ ਕਰਨ ਲਈ 5 ਵਾਰ ਹਮਲੇ ਕੀਤੇ। ਹਾਂਜੀ, ਬਾਬਰ ਨੇ ਜਿੱਤ ਪ੍ਰਾਪਤ ਕਰਨ ਲਈ ਕਿੰਨੀ ਵਾਰ ਹਮਲੇ ਕੀਤੇ? 5 ਵਾਰ। ਬਾਬਰ ਨੇ ਪੰਜਾਬ 'ਤੇ ਪਹਿਲਾ ਹਮਲਾ ਅਪ੍ਰੈਲ 1519 ਈਸਵੀ ਵਿੱਚ ਭੇਰਾ ਅਤੇ ਬਿਜਨੌਰ ਨਾਮ ਦੇ ਸਥਾਨਾਂ 'ਤੇ ਕੀਤਾ ਸੀ। ਦੂਜਾ ਹਮਲਾ ਸਤੰਬਰ 1519 ਈਸਵੀ ਵਿੱਚ ਪੇਸ਼ਾਵਰ, ਤੀਜਾ ਹਮਲਾ 1520 ਈਸਵੀ ਵਿੱਚ ਸੈਦਪੁਰ ਵਿਖੇ ਕੀਤਾ। ਅੱਗੇ ਕੰਟੀਨਿਊ ਕਰਦੇ ਹਾਂ। 1524 ਈਸਵੀ ਵਿੱਚ ਬਾਬਰ ਦੌਲਤ ਖਾਂ ਲੋਧੀ ਦੇ ਬੁਲਾਵੇ 'ਤੇ ਪੰਜਾਬ ਉੱਤੇ ਚੌਥਾ ਹਮਲਾ ਜਿਹੜਾ ਸੀ ਕੀਤਾ ਸੀ ਉਹਨੇ, ਪਰੰਤੂ 1525 ਈਸਵੀ ਵਿੱਚ 5ਵੇਂ ਹਮਲੇ ਵਿੱਚ ਬਾਬਰ ਨੇ ਦੌਲਤ ਖਾਂ ਲੋਧੀ ਨੂੰ ਹੀ ਹਰਾ ਕੇ ਉਸ ਨੂੰ ਬੰਦੀ ਬਣਾ ਲਿਆ ਸੀ। ਬਾਬਰ ਨੇ ਲਾਹੌਰ ਦੇ ਨਾਲ ਪੰਜਾਬ ਉੱਤੇ ਆਪਣਾ ਅਧਿਕਾਰ ਕਰ ਲਿਆ। ਪੰਜਾਬ ਤੋਂ ਬਾਅਦ ਬਾਬਰ ਦਿੱਲੀ ਵੱਲ ਜਿਹੜਾ ਸੀਗਾ ਵਧਿਆ। 1526 ਈਸਵੀ ਵਿੱਚ ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿਚਕਾਰ ਜਿਹੜਾ ਸੀ ਪਾਣੀਪਤ ਦੇ ਮੈਦਾਨ ਵਿੱਚ ਯੁੱਧ ਹੋਇਆ ਸੀ, ਜਿਸ ਨੂੰ ਪਾਣੀਪਤ ਦੀ ਪਹਿਲੀ ਲੜਾਈ ਕਿਹਾ ਜਾਂਦਾ ਹੈ। ਇੰਪੋਰਟੈਂਟ ਫੈਕਟ ਆ, ਐਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਕਿ ਪਾਣੀਪਤ ਦਾ ਪਹਿਲਾ ਯੁੱਧ ਕਦੋਂ ਹੋਇਆ? 1526 ਈਸਵੀ ਵਿੱਚ। ਇਹ ਵੀ ਪੁੱਛ ਲਿਆ ਜਾਂਦਾ ਕਿ ਕਿਹਨਾਂ ਵਿਚਕਾਰ ਹੋਇਆ? ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ ਹੋਇਆ, ਅਤੇ ਇਹਦੇ ਵਿੱਚ ਜਿਹੜਾ ਸੀ ਬਾਬਰ ਦੀ ਜਿੱਤ ਹੋਈ ਸੀ। ਦੇਖੋ, ਇਸ ਯੁੱਧ ਵਿੱਚ ਇਬਰਾਹਿਮ ਲੋਧੀ ਹਾਰ ਗਿਆ।
ਬਾਬਰ ਨੇ ਦਿੱਲੀ ਉੱਤੇ ਜਿੱਤ ਪ੍ਰਾਪਤ ਕਰ ਲਈ ਅਤੇ ਭਾਰਤ ਵਿੱਚ ਮੁਗਲ ਜਾਂ ਜਿਹੜਾ ਆਪਾਂ ਕਹਿ ਦਈਏ ਤੁਰਕ ਰਾਜ ਦੀ ਸਥਾਪਨਾ ਹੋ ਗਈ ਸੀ। ਨੈਕਸਟ ਜਿਹੜਾ ਹੈਗਾ ਦਿੱਤਾ ਸੈਯਦਪੁਰ ਐਮਨਾਬਾਦ ਦੀ ਘਟਨਾ। ਉੱਥੇ ਕਿਹੜੀ ਘਟਨਾ ਵਾਪਰੀ ਕਿ 1520 ਈਸਵੀ ਵਿੱਚ ਆਪਣੀ ਚੌਥੀ ਉਦਾਸੀ ਦੇ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸੈਯਦਪੁਰ ਪਹੁੰਚੇ ਤਾਂ ਉਸ ਸਮੇਂ ਸੈਯਦਪੁਰ ਐਮਨਾਬਾਦ ਉੱਤੇ ਬਾਬਰ ਨੇ ਹਮਲਾ ਕੀਤਾ। ਮੁਗਲ ਸੈਨਿਕਾਂ ਨੇ ਇਸਤਰੀਆਂ, ਪੁਰਸ਼ਾਂ ਅਤੇ ਬੱਚਿਆਂ 'ਤੇ ਬਹੁਤ ਅਤਿਆਚਾਰ ਕੀਤੇ ਅਤੇ ਲੁੱਟ-ਖੋਹ ਕੀਤੀ। ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਬਾਬਰ ਦੇ ਪੰਜਾਬ ਉੱਤੇ ਕੀਤੇ ਅਤਿਆਚਾਰਾਂ ਦਾ ਜ਼ਿਕਰ ਵੀ ਜਿਹੜਾ ਸੀਗਾ ਉਹਨਾਂ ਨੇ ਕੀਤਾ, ਬਾਬਰ ਬਾਣੀ ਦੇ ਵਿੱਚ ਕੀਤਾ ਵਾ। ਅਤੇ ਕਈ ਥਾਵਾਂ 'ਤੇ ਇਹ ਵੀ ਕਿਹਾ ਗਿਆ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਉਹ ਵੀ ਉਸ ਟਾਈਮ ਕੈਦ ਵਿੱਚ ਸ਼ਾਮਿਲ ਸੀਗੇ, ਜਿਨ੍ਹਾਂ ਲੋਕਾਂ ਨੂੰ ਕੈਦ ਕੀਤਾ ਗਿਆ ਸੀਗਾ ਬਾਬਰ ਵੱਲੋਂ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗਹਿਰਾਈ ਨਾਲ ਅਧਿਐਨ ਕੀਤਾ ਜਾਵੇ ਤਾਂ ਉਸ ਸਮੇਂ ਦੀ ਰਾਜਨੀਤਿਕ, ਸਮਾਜਿਕ, ਧਾਰਮਿਕ ਅਵਸਥਾਵਾਂ ਵਿੱਚ ਕੁਝ ਵੀ ਜਿਹੜੀ ਕੀ ਆ ਪ੍ਰਸ਼ੰਸਾਯੋਗ ਗੱਲ ਨਹੀਂ ਸੀ। ਸਮਾਜਿਕ ਅਤੇ ਧਾਰਮਿਕ ਵਿਵਸਥਾ ਦਾ ਪਤਨ ਹੋ ਚੁੱਕਾ ਸੀ। ਇਸੇ ਕਾਰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ। ਅਸਲ ਵਿੱਚ ਉਹਨਾਂ ਦੀ ਬਾਣੀ ਵਿੱਚ ਸਮਕਾਲੀ ਅਵਸਥਾਵਾਂ ਦਾ ਵਰਣਨ ਗੁਰੂ ਜੀ ਦੀਆਂ ਨੈਤਿਕ ਸਿੱਖਿਆਵਾਂ ਦੇ ਸੰਦਰਭ ਵਿੱਚ ਹੀ ਹੈ। ਅੱਗੇ ਆਪਾਂ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਰਾਜਨੀਤਿਕ ਦਸ਼ਾ ਬਾਰੇ। ਰਾਜਨੀਤਿਕ ਅਵਸਥਾ ਜਿਹੜੀ ਸੀ ਉਸ ਸਮੇਂ ਕਿਹੋ ਜਿਹੀ ਸੀ। ਪੰਜਾਬ ਵਿੱਚ ਤੁਰਕ ਅਫਗਾਨ ਸ਼ਾਸਨ ਦੇ ਸਮੇਂ ਮੁਸਲਮਾਨ ਸ਼ਾਸਕ ਸ਼ਰੀਅਤ ਦੇ ਅਨੁਸਾਰ ਸ਼ਾਸਨ ਪ੍ਰਬੰਧ ਚਲਾਉਂਦੇ ਸੀ। ਲੋਧੀ ਕਾਲ ਵਿੱਚ ਕਈ ਨਗਰਾਂ ਵਿੱਚ ਅਦਾਲਤਾਂ ਵੀ ਜਿਹੜੀਆਂ ਸੀਗੀਆਂ ਸਥਾਪਿਤ ਕੀਤੀਆਂ ਗਈਆਂ ਸੀ, ਜਿੱਥੇ ਕਾਜ਼ੀ ਸ਼ਰੀਅਤ ਦੇ ਅਨੁਸਾਰ ਨਿਆਂ ਪ੍ਰਦਾਨ ਕਰਦੇ ਸਨ। ਮੁਸਲਿਮ ਕੁਲੀਨ ਵਰਗ ਦੇ ਉਲਮਾ ਅਤੇ ਸੂਫੀ ਸਿੱਖਾਂ ਨੂੰ ਰਾਜਨੀਤਿਕ ਸਰਪ੍ਰਸਤੀ ਜਿਹੜੀ ਸੀ ਪ੍ਰਾਪਤ ਸੀ। ਉਹਨਾਂ ਨੂੰ ਨਗਦੀ ਅਤੇ ਕਰ ਮੁਕਤ ਜਗੀਰਾਂ ਦਿੱਤੀਆਂ ਗਈਆਂ ਸਨ। ਗੈਰ ਮੁਸਲਮਾਨਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਸੀ। ਉਹਨਾਂ ਨੂੰ ਜਜ਼ੀਆ ਅਤੇ ਤੀਰਥ ਯਾਤਰਾ ਕਰ ਦੇਣਾ ਪੈਂਦਾ ਸੀ। ਕਈ ਹਿੰਦੂ ਜੋ ਕਿ ਫਾਰਸੀ ਭਾਸ਼ਾ ਦਾ ਗਿਆਨ ਰੱਖਦੇ ਸਨ, ਉਹਨਾਂ ਨੂੰ ਮੱਧ ਅਤੇ ਨਿਮਨ ਵਰਗ ਦੇ ਪ੍ਰਸ਼ਾਸਨਿਕ ਕੰਮਾਂ ਜਿਵੇਂ ਪ੍ਰਾਂਤ ਦੇ ਦੀਵਾਨ ਹੋ ਗਿਆ, ਲੇਖਾਕਾਰ ਹੋ ਗਿਆ, ਕਾਨੂੰਗੋ ਹੋ ਗਿਆ, ਠੀਕ ਆ, ਚੌਧਰੀ ਹੋ ਗਿਆ, ਮੁਕੱਦਮ ਜਾਂ ਪਟਵਾਰੀ ਜਿਹੜਾ ਸੀ ਲਗਾ ਲਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਤਤਕਾਲੀਨ ਪੰਜਾਬ ਦੇ ਅਫਗਾਨ ਸ਼ਾਸਕਾਂ ਦੇ ਸ਼ਾਸਨ ਪ੍ਰਬੰਧਾਂ ਅਤੇ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਤੁਰਕ ਅਫਗਾਨ ਸ਼ਾਸਨ ਦੀ ਕਲਯੁੱਗ ਨਾਲ ਤੁਲਨਾ ਕੀਤੀ ਹੈ। ਅੱਗੇ ਕੰਟੀਨਿਊ ਕਰਦੇ ਹਾਂ। ਉਹਨਾਂ ਨੇ ਸ਼ਾਸਕ ਵਰਗ ਦੇ ਅਤਿਆਚਾਰਾਂ, ਨਿਆਂ ਅਤੇ ਗੈਰ ਮੁਸਲਿਮ ਲੋਕਾਂ ਦੇ ਨਾਲ ਜਜ਼ੀਆ ਅਤੇ ਧਾਰਮਿਕ ਯਾਤਰਾ ਕਰ ਰਹੇ ਭੇਦਭਾਵ ਪੂਰਨ ਕਾਰਜਾਂ ਦਾ ਉਲੇਖ ਕੀਤਾ ਹੈ। ਉਹਨਾਂ ਨੇ ਲਿਖਿਆ ਹੈ ਕਿ ਸ਼ਾਸਕ ਸ਼ੇਰ ਦੀ ਭਾਂਤੀ ਪ੍ਰਜਾ ਦਾ ਸ਼ਿਕਾਰ ਕਰਦੇ ਹਨ। ਉਹਨਾਂ ਦੇ ਮੁਕੱਦਮ ਵਜ਼ੀਰ, ਜਿਹੜੇ ਮੁਕੱਦਮ ਆ ਉਹ ਵਜ਼ੀਰ ਨੂੰ ਕਿਹਾ ਜਾਂਦਾ ਸੀ, ਲੋਕਾਂ ਨੂੰ ਕੁੱਤਿਆਂ ਵਾਂਗ ਨੋਚਦੇ ਹਨ। ਰਿਸ਼ਵਤਖੋਰੀ ਦਾ ਬੋਲਬਾਲਾ ਹੈ। ਉਹ ਪਰਮਾਤਮਾ ਦੇ ਨਾਂ 'ਤੇ ਉਹਨਾਂ ਦਾ ਦਿਨ ਰਾਤ ਸ਼ੋਸ਼ਣ ਕਰਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸੱਚਾ ਜਿਹੜਾ ਸੀਗਾ ਸੱਚੇ ਰਾਜਾ ਭਾਵ ਪਰਮਾਤਮਾ ਦੀ ਭਗਤੀ ਕਰਨ ਦੀ ਸਿੱਖਿਆ ਦਿੱਤੀ। ਉਹਨਾਂ ਦੇ ਅਨੁਸਾਰ ਪਰਮਾਤਮਾ ਦੀ ਸੇਵਾ ਹੀ ਜਿਹੜੀ ਕੀ ਆ ਸੱਚੀ ਸੇਵਾ ਵਾ। ਉਹਨਾਂ ਨੇ ਅਨੁਸਾਰ ਪਰਮਾਤਮਾ ਸਰਬ ਸ਼ਕਤੀਮਾਨ ਹੈ। ਉਹ ਇੱਕ ਪਲ ਵਿੱਚ ਰਾਜਾ ਨੂੰ ਰੰਕ ਅਤੇ ਰੰਕ ਨੂੰ ਰਾਜਾ ਬਣਾ ਦਿੰਦਾ ਹੈ। ਇਹ ਤਾਂ ਸੀਗੇ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੀ ਰਾਜਨੀਤਿਕ ਹਾਲਤ ਬਾਰੇ ਦੱਸਿਆ ਸੀ ਕਿ ਕਿਵੇਂ ਜਿਹੜੇ ਸੀਗੇ ਵਜ਼ੀਰ ਸੀਗਾ, ਰਾਜੇ ਸੀ, ਲੋਕਾਂ ਨੂੰ ਕਿੱਦਾਂ ਜਿਹੜਾ ਸੀ ਅਤਿਆਚਾਰ ਕਰ ਰਹੇ ਸੀ ਉਹਨਾਂ 'ਤੇ। ਅੱਗੇ ਆਪਾਂ ਨੂੰ ਕੁਝ ਵਰਡ ਦਿੱਤੇ ਹੋਏ ਆ ਕਿ ਉਹਨਾਂ ਤੋਂ ਕੀ ਭਾਵ ਆ। ਜਿਵੇਂ ਸਭ ਤੋਂ ਪਹਿਲਾਂ ਹੈਗਾ ਸ਼ਰੀਅਤ, ਕਿਹਨੂੰ ਕਹਿੰਦੇ ਆ। ਮੁਸਲਮਾਨਾਂ ਦੇ ਧਾਰਮਿਕ ਪਵਿੱਤਰ ਗ੍ਰੰਥ ਕੁਰਾਨ ਵਿੱਚ ਦੱਸੀ ਗਈ ਜੀਵਨ ਜਾਂਚ ਦੇ ਅਨੁਸਾਰ ਜੀਵਨ ਬਤੀਤ ਕਰਨ ਨੂੰ ਸ਼ਰੀਅਤ ਕਿਹਾ ਜਾਂਦਾ ਵਾ। ਕਿ ਕੁਰਾਨ ਵਿੱਚ ਜਿਹੜੇ ਤਰੀਕੇ ਦੱਸੇ ਆ ਕਿ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ, ਉਹਨਾਂ ਨੂੰ ਪਾਲਣਾ ਕਰਨਾ ਜਿਹੜਾ ਹੈ ਨਾ, ਉੱਦਾਂ ਹੀ ਜੀਵਨ ਜਿਉਣਾ ਵਾ, ਉਹਨੂੰ ਸ਼ਰੀਅਤ ਕਿਹਾ ਜਾਂਦਾ ਵਾ। ਫਿਰ ਜਜ਼ੀਆ ਕੀ ਚੀਜ਼ ਆ? ਇਹ ਇੱਕ ਵਿਸ਼ੇਸ਼ ਕਿਸਮ ਦਾ ਕਰ ਵਾ, ਟੈਕਸ ਸੀਗਾ, ਜੋ ਕਿ ਕਿਤੋਂ ਲਿਆ ਜਾਂਦਾ ਸੀਗਾ? ਮੁਗਲ ਸਰਕਾਰ ਵੱਲੋਂ ਗੈਰ ਮੁਸਲਮਾਨ ਜਿਹੜੇ ਲੋਕ ਸੀ, ਜਿਵੇਂ ਆਪਾਂ ਕਹਿੰਦੇ ਹਿੰਦੂਆਂ ਤੋਂ ਲਿਆ ਜਾਂਦਾ ਸੀ, ਕਿਉਂਕਿ ਮੁਗਲ ਸਰਕਾਰ ਨੇ ਉਹਨਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਲਈ ਹੋਈ ਸੀ, ਪਰ ਹਿੰਦੂ ਇਹ ਕਰ ਦੇਣ ਵਿੱਚ ਆਪਣਾ ਅਪਮਾਨ ਸਮਝਦੇ ਸਨ। ਅੱਗੇ ਹੈਗਾ ਤੀਰਥ ਯਾਤਰਾ ਕਰ ਜਾਂ ਟੈਕਸ। ਗੈਰ ਮੁਸਲਮਾਨਾਂ ਨੂੰ ਆਪਣੇ ਤੀਰਥਾਂ ਦੀ ਯਾਤਰਾ ਕਰਨ ਲਈ ਯਾਤਰਾ ਕਰ ਦੇਣਾ ਪੈਂਦਾ ਸੀ। ਫਿਰ ਹੈਗਾ ਇਸਲਾਮ ਧਰਮ। ਇਸਲਾਮ ਦੀ ਸਥਾਪਨਾ ਕਿਹਨੇ ਕੀਤੀ? ਹਜ਼ਰਤ ਮੁਹੰਮਦ ਸਾਹਿਬ ਨੇ ਮੱਕਾ ਮਦੀਨਾ ਵਿੱਚ 7ਵੀਂ ਸਦੀ ਵਿੱਚ ਕੀਤੀ ਸੀ। ਪੰਜਾਬ ਵਿੱਚ ਹਿੰਦੂ ਧਰਮ ਤੋਂ ਬਾਅਦ ਇਸਲਾਮ ਦੂਜਾ ਵੱਡਾ ਧਰਮ ਸੀ। ਪੰਜਾਬ ਉੱਤੇ ਮੁਸਲਿਮ ਸ਼ਾਸਕਾਂ ਦਾ ਸ਼ਾਸਨ ਬਹੁਤ ਸਮੇਂ ਤੱਕ ਰਿਹਾ, ਜਿਸ ਕਾਰਨ ਇਸਲਾਮ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਬਹੁਤ ਤੇਜ਼ੀ ਨਾਲ ਹੋਇਆ। ਇਸ ਧਰਮ ਦੇ ਦੋ ਮੁੱਖ ਸੰਪਰਦਾਇ ਸਨ, ਸੁੰਨੀ ਅਤੇ ਸ਼ੀਆ। ਇਸਲਾਮ ਧਰਮ ਦੀ ਧਾਰਮਿਕ ਪੁਸਤਕ ਦਾ ਨਾਂ ਹੈ ਕੁਰਾਨ।
ਇਹ ਤਾਂ ਸੀ ਜੀ ਇਸਲਾਮ ਧਰਮ ਬਾਰੇ ਬੇਸਿਕ ਜਾਣਕਾਰੀ। ਅੱਗੇ ਦੇਖਦੇ ਹਾਂ ਕਿ ਹੁਣ ਪਹਿਲਾਂ ਤਾਂ ਆਪਾਂ ਰਾਜਨੀਤਿਕ ਜੀਵਨ ਪੜ੍ਹਿਆ ਕਿ ਹੁਣ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਜਿਹੜਾ ਸੀਗਾ ਸਮਾਜਿਕ ਅਤੇ ਧਾਰਮਿਕ ਅਵਸਥਾ ਸੀ ਉਹ ਕਿਹੋ ਜਿਹੀ ਸੀਗੀ। 16ਵੀਂ ਸਦੀ ਵਿੱਚ ਪੰਜਾਬ ਦੀ ਸਮਾਜਿਕ ਸਥਿਤੀ ਜ਼ਿਆਦਾ ਚੰਗੀ ਨਹੀਂ ਸੀ। ਸਮਾਜ ਦੋ ਵਰਗਾਂ, ਕਿਹੜੇ ਦੋ ਵਰਗਾਂ, ਹਿੰਦੂ ਅਤੇ ਮੁਸਲਿਮ ਵਿੱਚ ਵੰਡਿਆ ਹੋਇਆ ਸੀ। ਮੁਸਲਮਾਨ ਸ਼ਾਸਕ ਵਰਗ ਨਾਲ ਸੰਬੰਧ ਰੱਖਦੇ ਸਨ, ਇਸ ਲਈ ਉਹਨਾਂ ਨੂੰ ਵਿਸ਼ੇਸ਼ ਜਿਹੜੇ ਸੀ ਅਧਿਕਾਰ ਪ੍ਰਾਪਤ ਸਨ। ਪੰਜਾਬ ਵਿੱਚ ਮੁਸਲਿਮ ਸਮਾਜ ਵਿਦੇਸ਼ਾਂ ਤੋਂ ਆਏ ਤੁਰਕ, ਅਫਗਾਨ ਅਤੇ ਧਰਮ ਪਰਿਵਰਤਨ ਕਰਨ ਵਾਲੇ ਸਥਾਨਕ ਲੋਕਾਂ 'ਤੇ ਆਧਾਰਿਤ ਸੀ। ਧਰਮ ਪਰਿਵਰਤਨ ਕਰਨ ਵਾਲਿਆਂ ਵਿੱਚ ਯੁੱਧ ਦੇ ਸਮੇਂ ਗੁਲਾਮ ਬਣਾਏ ਗਏ ਇਸਤਰੀ, ਪੁਰਸ਼, ਬੱਚੇ ਅਤੇ ਸੂਫੀ ਸੰਤਾਂ ਦੇ ਪ੍ਰਭਾਵ ਨਾਲ ਇਸਲਾਮ ਧਰਮ ਜਿਹੜਾ ਸੀ ਕਬੂਲ ਕਰਨ ਵਾਲੇ ਲੋਕ ਪ੍ਰਮੁੱਖ ਸਨ। ਅੱਗੇ ਆਪਾਂ ਨੂੰ ਸਾਈਡ 'ਤੇ ਦਿੱਤਾ ਹੋਇਆ ਦੇਖੋ ਇੰਪੋਰਟੈਂਟ ਫੈਕਟ। ਕੀ ਤੁਸੀਂ ਜਾਣਦੇ ਹੋ ਬਾਬਰ ਦਾ ਪੂਰਾ ਨਾਮ ਕੀ ਸੀ? ਜ਼ਹੀਰੁੱਦੀਨ ਮੁਹੰਮਦ ਬਾਬਰ, ਜੋ ਕਿ ਭਾਰਤ ਵਿੱਚ ਪਹਿਲਾ ਮੁਗਲ ਸਮਰਾਟ ਬਣਨ ਵਿੱਚ ਸਫਲ ਹੋਇਆ ਸੀ। ਬਾਬਰ ਦਾ ਜਿਹੜਾ ਦਾਦਕਾ ਘਰਾਣਾ ਵਾ ਉਹ ਤੈਮੂਰ ਅਤੇ ਨਾਨਕਾ ਘਰਾਣਾ ਜਿਹੜਾ ਵਾ ਉਹ ਚੰਗੇਜ਼ ਖਾਨ ਸੀ। ਮਤਲਬ ਜਿਹੜਾ ਪਿਤਾ ਵੱਲੋਂ ਤਾਂ ਉਹ ਤੈਮੂਰ ਵੰਸ਼ ਦਾ ਸੀਗਾ ਅਤੇ ਮਾਤਾ ਵੱਲੋਂ ਚੰਗੇਜ਼ ਖਾਨ ਜਿਹੜਾ ਸੀ ਵੰਸ਼ ਨਾਲ ਸੰਬੰਧ ਰੱਖਦਾ ਸੀ। ਬਾਬਰ ਦੀ ਆਤਮ ਕਥਾ ਦਾ ਨਾਮ ਕੀ ਸੀਗਾ? ਤੁਝ ਕੇ ਬਾਬਰੀ, ਜਾਂ ਉਹਨੂੰ ਬਾਬਰਨਾਮਾ ਵੀ ਕਿਹਾ ਜਾਂਦਾ ਵਾ। ਅਤੇ ਕਿਹੜੀ ਭਾਸ਼ਾ ਵਿੱਚ ਲਿਖੀ ਗਈ ਆ? ਤੁਰਕੀ ਭਾਸ਼ਾ ਵਿੱਚ ਲਿਖੀ ਗਈ ਆ। ਅੱਗੇ ਕੰਟੀਨਿਊ ਕਰਦੇ ਹਾਂ। ਸਾਖਰਤਾ ਕੇਵਲ